ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਗੁਰਬਾਣੀ ਪੜ੍ਹਾਇਓ ਜਪ ਜਾਪ ਦੁਇ ਵੇਲੇ ਜਪਾਇਓ ਓ ਆਨੰਦ ਰਹਿ ਰਾਸ ਜਪਾਇਓ ਚੰਡੀ ਬਾਣੀ ਖੜੇ ਪੜ੍ਹਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਗੁਰਸਿੱਖ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਚਰਣਾ ਕਵਲਾਂ ਪਾਸ ਜੁੜ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਲੜੀਵਾਰ ਇਤਿਹਾਸ ਕਥਾ ਵਿਚਾਰਾਂ ਨਿਤਾਂ ਪ੍ਰਤਾਪ ਜੀ ਸਰਵਣ ਕਰਦੇ ਹੋ। ਕੱਲ ਦੇ ਦੀਵਾਨਾਂ ਵਿੱਚ ਆਪ ਨੇ ਸਰਵਣ ਕੀਤਾ ਸੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਆਖਿਆ, ਭਾਈ ਤੁਰਕਾਂ ਨਾਲ ਯੁੱਧ ਕਰਨਾ ਹੈ, ਉਹਨਾਂ ਦੇ ਕੋਲੋਂ ਰਾਜ ਭਾਗ ਖੋਹਣਾ ਹੈ।
ਸਿੱਖ ਕਹਿੰਦੇ, ਮਹਾਰਾਜ ਸਾਡੇ ਵਿੱਚ ਇੰਨੀ ਤਾਕਤ ਸਮਰੱਥਾ ਕਿੱਥੇ ਅਸੀਂ ਤੁਰਕਾਂ ਨਾਲ ਜੰਗ ਕਰ ਸਕੀਏ। ਸਤਿਗੁਰੂ ਸਮਝ ਗਏ ਇਹ ਸ਼ਾਂਤੀ ਸਰੂਪ ਧਾਰਨ ਕਰਨ ਵਾਲੇ ਸਿੱਖ ਨੇ, ਇਹਨਾਂ ਦੇ ਵਿੱਚ ਐਸੀ ਕਲਾ, ਐਸਾ ਪ੍ਰਤਾਪ ਤੇਜ ਪ੍ਰਗਟ ਕਰਨਾ ਪਵੇਗਾ ਤਾਂ ਕਿ ਵੈਰੀਆਂ ਨਾਲ ਯੁੱਧ ਕਰ ਸਕਣ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਸੰਗਤਾਂ ਨੂੰ ਸੱਦਿਆ ਔਰ ਉਹਨਾਂ ਸੰਗਤਾਂ ਦੇ ਇਕੱਠ ਵਿੱਚੋਂ 5 ਭੁਜੰਗੀ 5 ਸਿੱਖਾਂ ਦੇ ਸੀਸ ਦੀ ਮੰਗ ਕੀਤੀ। ਉਹਨਾਂ ਦਾ ਸੀਸ ਧੜ ਦੇ ਨਾਲੋਂ ਜੁਦਾ ਕਰਕੇ ਆਪਣੀ ਆਤਮਕ ਸ਼ਕਤੀ ਨਾਲ ਮੁੜ ਸੁਰਜੀਤ ਕੀਤਾ। ਖੰਡੇ ਬਾਟੇ ਦੀ ਪਾਉਲ ਤਿਆਰ ਕੀਤੀ। 5 ਸਿੰਘਾਂ ਨੂੰ ਅੰਮ੍ਰਿਤ ਪਾਨ ਕਰਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਅੰਮ੍ਰਿਤ ਛਕਾਉਣ ਤੋਂ ਬਾਅਦ ਜੋ ਸਿੱਖਿਆ ਗੁਰ ਉਪਦੇਸ਼ ਬਖਸ਼ਿਸ਼ ਮਹਾਰਾਜ ਨੇ ਕੀਤਾ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਪਈ ਔਰ ਕਹੀ ਗੁਰਬਾਣੀ ਪੜ੍ਹਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਤ ਮਰਿਆਦਾ ਦੀ ਦਾਤ ਖਾਲਸੇ ਪੰਥ ਨੂੰ ਬਖਸ਼ਿਸ਼ ਕਰਨ ਲੱਗੇ ਹਨ। ਸਭ ਤੋਂ ਪਹਿਲਾਂ ਹੁਕਮ ਹੋਇਆ ਸਤਿਗੁਰੂ ਜੀ ਦਾ, ਮੀਣੇ ਮਸੰਦ ਰਾਮ ਰਾਈਏ ਨੜੀ ਮਾਰ ਕੁੜੀ ਮਾਰ ਸਿਰ ਗੁੰਮੀਏ। ਮੇਰੇ ਖਾਲਸੇ ਨੇ ਇਹਨਾਂ ਨਾਲ ਮੇਲ ਨਹੀਂ ਰੱਖਣਾ। ਜੋ ਇਹਨਾਂ ਦੇ ਨਾਲ ਮੇਲ ਰੱਖਣਗੇ ਉਹ ਖੁਆਰ ਹੋਣਗੇ। ਯਥਾ ਸ਼ਕਤ ਗੁਰੂ ਖਾਲਸੇ ਨੇ ਮਾਇਆ ਗੁਰੂ ਦੀ ਗੋਲਕ ਵਿੱਚ ਪਾਉਣੀ ਹੈ। ਜਿੰਨੀ ਕੁ ਤੁਹਾਡੀ ਸਮਰੱਥਾ ਸੇਵਾ ਕਰਨ ਦੀ ਸੇਵਾ ਕਰਨੀ ਹੈ। ਹੁਕਮ ਵੀ ਹੋਇਆ, ਆਨ ਕੋ ਦਾਨ ਨਾ ਲਾਗਤ ਨੀਕੋ। ਕਿਸੇ ਹੋਰ ਨੂੰ ਦਿੱਤਾ ਦਾਨ ਕਿਸੇ ਲੇਖੇ ਨਹੀਂ ਪੈਂਦਾ। ਦਾਨ ਦੇਣਾ ਹੈ ਕੇਵਲ ਗੁਰੂ ਨਾਨਕ ਸਾਹਿਬ ਦੀ ਗੋਲਕ ਵਿੱਚ ਪਾਉਣਾ ਹੈ। ਇਸੇ ਪ੍ਰਕਾਰ 5 ਕਕਾਰਾਂ ਦਾ ਧਾਰਨੀ ਹੋਣਾ। ਕੇਸਾਂ ਦੀ ਸੰਭਾਲਣਾ ਵਾਸਤੇ ਦਮਾਲਾ ਸਜਾਉਣਾ। ਸ੍ਰੀ ਸਾਹਿਬ ਕਿਰਪਾਨ ਧਾਰਨ ਕਰਨੀ ਹੈ। ਜਤ ਸਤ ਦਾ ਪ੍ਰਤੀਕ ਸ਼ਹਿਰਾ, ਹੱਥ ਦੇ ਵਿੱਚ ਕੜਾ ਤੇ ਕੇਸਾਂ ਦੀ ਸੇਵਾ ਵਾਸਤੇ ਕੰਘਾ ਧਾਰਨ ਕਰਨਾ ਹੈ। ਗੁਰੂ ਗ੍ਰੰਥ ਬਚਨ ਪਰ ਰਹਿਓ ਲਾਗ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਦੇ ਉੱਤੇ ਸਿੱਖ ਨੇ ਭਰੋਸਾ ਕਰਨਾ ਹੈ। ਔਰ ਕਹੀ ਗੁਰਬਾਣੀ ਪੜ੍ਹਾਇਓ। ਫਿਰ ਉਪਦੇਸ਼ ਦਿੱਤਾ ਗੁਰੂ ਕੇ ਸਿੱਖੋ, ਕੇਵਲ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨਾ ਹੈ ਤੇ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ। ਜਪ ਜਾਪ ਦੋਏ ਵੇਲੇ ਜਪਾਇਓ। ਦੋਨੇ ਵੇਲੇ ਸਿੱਖ ਨੇ ਨਿਤਨੇਮ ਕਰਨਾ ਹੈ। ਅੰਮ੍ਰਿਤ ਵੇਲੇ ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ ਤੇ ਸ੍ਰੀ ਆਨੰਦ ਸਾਹਿਬ ਜੀ ਸੰਪੂਰਨ 40 ਪੌੜੀਆਂ। ਇਹ ਜਿਹੜਾ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰੂ ਕੇ ਸਿੱਖ ਨੇ ਕਰਨਾ ਹੈ। ਔਰ ਆਨੰਦ ਰਹਿ ਰਾਸ ਜਪਿਓ। ਜਦੋਂ ਸੰਧਿਆ ਦਾ ਵਕਤ ਹੋਵੇ ਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸਿੱਖ ਨੇ ਕਰਨਾ ਹੈ। ਭਾਵੇਂ ਕਿ ਥੋੜ੍ਹਾ ਜਿਹਾ ਮਰਿਆਦਾ ਵਿੱਚ ਫਰਕ ਪਾ ਦਿੱਤਾ। ਇਹ ਮਰਿਆਦਾ ਦੱਸੀ ਗਈ ਵੀ 3 ਬਾਣੀਆਂ ਸਵੇਰੇ ਤੇ 2 ਬਾਣੀਆਂ ਸ਼ਾਮ। 5 ਬਾਣੀਆਂ ਦਾ ਨਿਤਨੇਮ ਸਿੱਖ ਨੇ ਕਰਨਾ ਵੀ 3 ਸਵੇਰੇ ਜਪਜੀ ਸਾਹਿਬ, ਜਾਪ ਸਾਹਿਬ ਤੇ ਸਵਈਏ, ਤੇ 2 ਬਾਣੀਆਂ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਤੇ ਇਸੇ ਪ੍ਰਕਾਰ ਕੀਰਤਨ ਸੋਹਲੇ ਦੀ ਬਾਣੀ। ਆਖਦੇ ਨੇ ਕਿ ਸ਼ਾਮ ਦੀਆਂ ਬਾਣੀਆਂ ਵਿੱਚ ਚੌਪਈ ਸਾਹਿਬ ਤੇ ਆਨੰਦ ਸਾਹਿਬ ਆ ਜਾਂਦਾ ਤੇ ਸਵੇਰੇ ਪੜ੍ਹਨ ਦੀ ਲੋੜ ਕੋਈ ਨਹੀਂ। ਮਰਿਆਦਾ 'ਚ ਫਰਕ ਪਾ ਦਿੱਤਾ ਨਾ।
ਐਸਾ ਨਹੀਂ ਸੀ, ਗੁਰੂ ਸਾਹਿਬ ਦਾ ਹੁਕਮ ਹੋਇਆ ਸੀ 5 ਸਵੇਰੇ ਪੜ੍ਹਨੀਆਂ ਨੇ। ਰਹਿਰਾਸ ਸਾਹਿਬ ਜੀ ਵਿੱਚ ਤਾਂ ਆਨੰਦ ਸਾਹਿਬ ਦਾ ਪਾਠ ਜਿਹੜਾ ਉਹ 5 ਪੌੜੀਆਂ ਦੇ ਨਾਲ ਆਉਂਦਾ, ਪਰ ਅੰਮ੍ਰਿਤ ਵੇਲੇ 40 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਪੜ੍ਹਨ ਦਾ ਹੁਕਮ ਹੋਇਆ ਸੀ। ਇਸ ਤਰ੍ਹਾਂ ਸਿੱਖ ਨੇ ਭੁਲੇਖਾ ਨਹੀਂ ਖਾਣਾ ਵੀ 5 ਬਾਣੀਆਂ ਸਾਰਾ ਦਿਨ ਦੀਆਂ, ਨਹੀਂ, 5 ਬਾਣੀਆਂ ਸਵੇਰੇ ਅੰਮ੍ਰਿਤ ਵੇਲੇ ਦੀਆਂ। ਤੇ ਜਿਹੜੀਆਂ 2 ਬਾਣੀਆਂ ਨੇ ਸ੍ਰੀ ਰਹਿਰਾਸ ਸਾਹਿਬ ਨਾਲ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦੇ ਨਾਲ ਸੰਪੂਰਨ, ਤੇ ਸੌਣ ਵੇਲੇ ਸ੍ਰੀ ਕੀਰਤਨ ਸੋਹਲੇ ਦੀ ਬਾਣੀ ਦਾ ਜਿਹੜਾ ਜਾਪ ਗੁਰੂ ਕੇ ਸਿੱਖ ਨੇ ਕਰਨਾ ਹੈ। ਚੰਡੀ ਬਾਣੀ ਖੜੇ ਪੜਿਓ, ਸ੍ਰੀ ਚੰਡੀ ਦੀ ਵਾਰ, ਇਸ ਬਾਣੀ ਦਾ ਨਿਤਨੇਮ ਵੀ ਸਿੱਖ ਨੇ ਕਰਨਾ। ਚੰਡੀ ਦੀ ਵਾਰ ਹੋ ਗਈ, ਸੁਖਮਣੀ ਸਾਹਿਬ ਹੋ ਗਿਆ, ਆਸਾ ਕੀ ਵਾਰ ਹੋ ਗਈ। ਇਸ ਤੋਂ ਇਲਾਵਾ ਹੋਰ ਜਿਤਨੀਆਂ ਕੁ ਬਾਣੀਆਂ ਪੜ੍ਹਨ ਦਾ ਤੁਹਾਡਾ ਮਨ ਕਰਦਾ ਉਹ ਜ਼ਰੂਰ ਪੜ੍ਹੋ, ਪਰ ਨਿਤਨੇਮ, ਕਈ ਕਹਿੰਦੇ ਵੀ ਮੈਂ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ, ਮੁਬਾਰਕ ਹੈ, ਪਰ ਗੁਰੂ ਦਾ ਹੁਕਮ ਹੈ ਪਹਿਲਾਂ 5 ਬਾਣੀਆਂ ਦਾ ਨਿਤਨੇਮ ਕਰਨਾ। ਬਾਕੀ ਬਾਣੀਆਂ ਨੇ ਉਹ ਸਿੱਖ ਨੇ ਪੜ੍ਹਨੀਆਂ ਨੇ, ਜਿਵੇਂ ਤੁਹਾਡਾ ਮਨ ਕਰਦਾ, ਚਿੱਤ ਕਰਦਾ, ਤੁਸੀਂ ਉਸ ਬਾਣੀ ਦਾ ਜਾਪ ਜਪੋ, ਪਰ ਪਹਿਲਾਂ 5 ਬਾਣੀਆਂ ਦਾ ਨਿਤਨੇਮ ਜ਼ਰੂਰ ਕਰੋ। ਨਿਤਨੇਮ ਕਰਨਾ ਸਾਡੀ ਮਰਜ਼ੀ ਨਹੀਂ ਕਿ ਮੈਂ ਸੁਖਮਣੀ ਸਾਹਿਬ ਕਰ ਲਿਆ, ਆਸਾ ਕੀ ਵਾਰ ਦਾ ਕੀਰਤਨ ਸੁਣ ਲਿਆ ਜਾਂ ਕਰ ਲਿਆ, ਜਾਂ ਮੈਂ ਬਾਣੀ ਪੜ੍ਹ ਲਈ, ਜਾਂ ਮੈਂ ਹੋਰ ਬਾਣੀਆਂ ਦਾ ਨਿਤਨੇਮ ਕਰ ਲਿਆ। ਇਹ ਸਾਡੀ ਮਰਜ਼ੀ ਨਹੀਂ ਚੱਲਣੀ। ਨਿਤਨੇਮ ਕਰਨਾ ਗੁਰੂ ਦਾ ਹੁਕਮ ਹੈ, ਤੇ ਇਹ ਹੁਕਮ ਸਾਨੂੰ ਮੰਨਣਾ ਹੀ ਪੈਣਾ ਹੈ। ਤੇ ਮਹਾਂਪੁਰਸ਼ ਇੱਕ ਬਚਨ ਕਹਿੰਦੇ ਸਨ ਕਿ ਭਾਈ ਇਹ ਜਿਹੜਾ ਨਿਤਨੇਮ ਹੈ ਨਾ, ਤੁਸੀਂ ਨਿਤਨੇਮ ਦਾ ਲੜਨਾ ਛੱਡੋ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੀ ਬਾਂਹ ਨਹੀਂ ਛੱਡਣਗੇ। ਤੁਸੀਂ ਨਿਤਨੇਮ ਨਾ ਛੱਡਿਓ ਤੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਬਾਂਹ ਨਹੀਂ ਛੱਡਣਗੇ। ਜਿਹੜੇ ਸਿੱਖ ਨੇ ਨਿਤਨੇਮ ਦਾ ਲੜ ਸਾਰੀ ਉਮਰ ਪਕੜ ਕੇ ਰੱਖਿਆ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀ ਕਦੀ ਪਿੱਠ ਨਹੀਂ ਲੱਗਣ ਦਿੱਤੀ। ਇਸ ਕਰਕੇ ਗੁਰੂ ਕੇ ਸਿੱਖੋ, 5 ਬਾਣੀਆਂ ਅੰਮ੍ਰਿਤ ਵੇਲੇ, 2 ਬਾਣੀਆਂ ਸ਼ਾਮ ਨੂੰ ਸੰਧਿਆ ਵਕਤ ਸ੍ਰੀ ਰਹਿਰਾਸ ਸਾਹਿਬ ਜੀ, ਤੇ ਸੌਣ ਵਕਤ ਕੀਰਤਨ ਸੋਹਲੇ ਦੀ ਬਾਣੀ, ਤੇ ਚੰਡੀ ਬਾਣੀ ਖੜੇ ਪੜ੍ਹਈਐ। ਤੇ ਜਦੋਂ ਚੰਡੀ ਦੀ ਵਾਰ ਦੀ ਪਵਿੱਤਰ ਬਾਣੀ ਜਪਣੀ ਹੋਵੇ, ਨਿਤਨੇਮ ਕਰਨਾ ਹੋਵੇ, ਤੇ ਖਲੋ ਕੇ ਸ਼ਸਤਰ ਆਦਿਕ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਉਸ ਬਾਣੀ ਦਾ ਨਿਤਨੇਮ ਕਰਨਾ ਚਾਹੀਦਾ ਹੈ। ਦੋਏ ਵੇਲੇ ਉਠ ਬੰਦਿਓ ਦਸਤਾਰ, ਤੇ ਦੋਨੇ ਵੇਲੇ ਉੱਠ ਕੇ ਗੁਰੂ ਕੇ ਸਿੱਖ ਨੇ ਦਸਤਾਰ ਬੰਨ੍ਹਣੀ ਹੈ। ਹੁਕਮ ਹੋਇਆ ਕਿ ਕੰਘਾ ਜਿਹੜਾ ਸਿੱਖ ਨੇ 2 ਵਾਰੀ ਕਰਨਾ ਹੈ। ਇੱਕ ਕੰਘਾ ਅੰਮ੍ਰਿਤ ਵੇਲੇ ਉੱਠ ਕੇ ਕਰਨਾ, ਤੇ ਇੱਕ ਕੰਘਾ ਜਿਹੜਾ ਹੈ ਉਹ ਸੌਣ ਵੇਲੇ ਗੁਰੂ ਕੇ ਸਿੱਖ ਨੇ ਕਰਨਾ, ਸੰਧਿਆ ਵਕਤ ਤੇ ਅੰਮ੍ਰਿਤ ਵੇਲੇ 2 ਵਾਰੀ ਕੰਘਾ ਕਰਕੇ। ਤੇ ਦਸਤਾਰ ਵੀ ਜਿਹੜੀ ਆ ਉਹ 2 ਵਾਰੀ ਸਜਾਉਣੀ ਹੈ। ਇਹ ਨਹੀਂ ਕਿ ਦਸਤਾਰ ਜਿਹੜੀ ਬੰਨੀ ਹੈ ਤੇ ਜਿਵੇਂ ਜੀ ਕੀਤਾ ਟੋਪੀ ਸਿਰ ਤੇ ਰੱਖ ਲਈ, ਟੋਪੀ ਲਾ ਲਈ। ਸਿੱਖ ਹੋਏ ਸਿਰ ਟੋਪੀ ਧਰੈ, 7 ਜਨਮ ਕੁਸ਼ਟੀ ਹੋਏ ਮਰੈ। ਜਿਹੜਾ ਸਿੱਖ ਹੋ ਕੇ ਟੋਪੀ ਸਿਰ ਤੇ ਰੱਖਦਾ, ਦੂਜੀ ਟੋਪੀ ਤਾਂ ਹੈ ਹੀ, ਪਰ ਜਦੋਂ ਅਸੀਂ ਦਸਤਾਰ ਨੂੰ ਟੋਪੀ ਵਾਂਗੂ ਲਾ ਲਈਏ ਤੇ ਟੋਪੀ ਵਾਂਗੂ ਰੱਖ ਲਈਏ, ਤੇ ਫਿਰ ਇਹੋ ਜਿਹੇ ਸਿੱਖ ਦੇ ਪ੍ਰਤੀ ਕਰੜੇ ਬੋਲਨੇ, 7 ਜਨਮ ਕੋੜੀ ਹੋ ਕੇ ਮਰਦਾ ਜਿਹੜਾ ਗੁਰੂ ਕੇ ਬਚਨਾਂ ਦੀ ਅਦੁੱਲੀ ਕਰਦਾ ਆ। ਦਸਤਾਰ ਜਿਹੜੀ ਟੋਪੀ ਵਾਂਗੂ ਨਹੀਂ ਲਾਉਣੀ, ਕੱਲਾ ਕੱਲਾ ਲੜ ਦਸਤਾਰ ਦਾ ਖੋਲ ਕੇ ਤੇ ਉਹਨੂੰ ਚੁਣ ਕੇ ਸਤਿਕਾਰ ਦੇ ਨਾਲ ਰੱਖਣਾ ਹੈ। ਦਸਤਾਰ ਖਾਲਸੇ ਦਾ ਤਾਜ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਕੰਘਾ ਦੋਨੋਂ ਵਕਤ ਕਰ, 2 ਵਾਰੀ ਕੰਘਾ ਕਰਨਾ ਤੇ ਦਿਨ ਵਿੱਚ 2 ਵਾਰੀ ਦਸਤਾਰ ਸਜਾਉਣੀ। ਇਹ ਨਹੀਂ ਕਿ ਜਿਹੜੀ ਸਵੇਰੇ ਬੰਨ੍ਹ ਲਈ ਹੈ ਤੇ ਅਗਲੇ ਦਿਨ ਤੱਕ ਵੀ ਉਹੀ ਚੱਲਣ ਦਿਓ, ਇਹੋ ਜਿਹੀ ਨਹੀਂ, ਬਾਸੀ ਦਸਤਾਰ ਨਹੀਂ, ਤਾਜੀ ਦਸਤਾਰ ਗੁਰੂ ਕੇ ਸਿੱਖ ਨੇ ਭਾਈ 2 ਵਾਰੀ ਬੰਨ੍ਹਣੀ ਹੈ। ਪੈਰ ਆਟ ਰੱਖਿਓ ਸ਼ਸਤਰ ਸੰਭਾਰੇ, ਤੇ 8 ਪੈਰ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਸ਼ਸਤਰ ਸੰਭਾਲ ਕਰਕੇ ਰੱਖਣੇ ਨੇ। ਕਦੇ ਵੀ ਸਰੀ ਸਾਹਿਬ ਨਹੀਂ ਤਿਆਗਣੀ। ਇਹ ਨਹੀਂ ਰਾਤ ਹੋਈ ਤੇ ਕਿੱਲੀ ਤੇ ਟੰਗ ਦਿੱਤੀ ਵੀ ਸਵੇਰੇ ਫਿਰ ਪਾ ਲਵਾਂਗੇ, ਕੋਈ ਨਹੀਂ ਵੀ ਅੰਮ੍ਰਿਤ ਕਿਹੜਾ ਕਿਤੇ ਚੱਲਿਆ। ਇਹ ਸਾਡੀ ਸੋਚ ਹੈ। ਅੰਮ੍ਰਿਤ ਨੇ ਤਾਂ ਨਹੀਂ ਕਿਤੇ ਜਾਣਾ, ਪਰ ਤੂੰ ਨਰਕਾਂ ਨੂੰ ਜ਼ਰੂਰ ਜਾਏਗਾ। ਅੰਮ੍ਰਿਤ ਤਾਂ ਜਿਹੜਾ ਗੁਰੂ ਨੇ ਬਖਸ਼ਿਸ਼ ਕਰ ਦਿੱਤਾ, ਅੰਮ੍ਰਿਤ ਇੰਨਾ ਸੌਖਾ ਨਹੀਂ ਵੀ ਭੰਗ ਹੋ ਗਿਆ,
ਲੋਕ ਆਖਦੇ ਨੇ ਜੀ ਅੰਮ੍ਰਿਤ ਭੰਗ ਹੋ ਗਿਆ। ਅੰਮ੍ਰਿਤ ਨਹੀਂ ਭੰਗ ਹੋਇਆ, ਅਸਲ ਵਿੱਚ ਤੇਰਾ ਮਨ ਤਨ ਤੇਰਾ ਜੀਵਨ ਹੀ ਭੰਗ ਹੋ ਗਿਆ। ਗਲਤੀ ਤੂੰ ਕੀਤੀ ਹੈ, ਅੰਮ੍ਰਿਤ ਦਾ ਥੋੜਾ ਕਸੂਰ ਹੈ। ਗਲਤੀ ਮਨੁੱਖ ਕਰਦਾ ਹੈ, ਦੋਸ਼ ਅਸੀਂ ਅੰਮ੍ਰਿਤ ਤੇ ਲਾ ਦਿੰਦੇ ਹਾਂ। ਅੰਮ੍ਰਿਤ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਉਹ ਤਾਂ ਅੰਦਰ ਹੀ ਰਹਿਣਾ ਹੈ। ਹਜ਼ੂਰ ਦਾ ਬਚਨ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹਦਾ ਵਿਸ਼ਰਾਮ ਤਾਂ ਅੰਦਰ ਸਾਡੀ ਦੇਹੀ ਦੇ ਵਿੱਚ ਹੀ ਹੈ, ਇਹ ਕਿਤੇ ਨਹੀਂ ਜਾਂਦਾ। ਗੁਰੂ ਨੇ ਅੰਦਰ ਦਾ ਅੰਮ੍ਰਿਤ ਪ੍ਰਗਟ ਕਰਨ ਵਾਸਤੇ ਖੰਡੇ ਬਾਟੇ ਦੀ ਪੌਲਸ਼ਾਂ ਨੂੰ ਬਖਸ਼ਿਸ਼ ਕਰ ਦਿੱਤੀ, ਪਰ ਗਲਤੀ ਅਸੀਂ ਕੀਤੀ ਹੈ। ਇਸ ਕਰਕੇ ਜਿਹੜੀ ਸ੍ਰੀ ਸਾਹਿਬ ਜਿਹੜੇ ਸ਼ਸਤਰ ਮੇਰੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਹੋਏ ਨੇ, ਅੱਠੇ ਪੈਰੋਂ ਸ਼ਸਤਰਾਂ ਦੀ ਸੰਭਾਲਣਾ ਅਸੀਂ ਕਰਨੀ ਹੈ, ਉਹ ਸਰੀਰ ਤੇ ਧਾਰਨ ਕਰਕੇ ਰੱਖਣੇ ਹਨ। ਹਜ਼ੂਰ ਦਾ ਹੁਕਮ ਹੋਇਆ ਕਿ ਭਾਈ ਅੰਮ੍ਰਿਤ ਪਾਨ ਕਰੋ, ਗੁਰੂ ਕੇ ਸਿੰਘ ਸਜੋ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਜਾਓ। ਸਭ ਤੋਂ ਪਹਿਲੀ ਰਹਿਤ ਪਤਾ ਕਿਹੜੀ ਹੈ ਖਾਲਸਾ ਜੀ? ਸਤਿਗੁਰਾਂ ਦਾ ਬਚਨ ਹੈ, ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੈ। ਸਭ ਤੋਂ ਪਹਿਲੀ ਰਹਿਤ ਹੈ ਖੰਡੇ ਬਾਟੇ ਦੀ ਪਾਹੁਲ ਛਕਣੀ, ਭਾਵ ਅੰਮ੍ਰਿਤ ਪਾਨ ਕਰਨਾ ਪਹਿਲੀ ਰਹਿਤ ਹੈ। ਅੰਮ੍ਰਿਤ ਪਾਨ ਕੀਤਿਆਂ ਭਾਵੇਂ ਅਸੀਂ ਜਿੰਨੇ ਮਰਜ਼ੀ ਕਰਮ ਕਰੀ ਜਾਈਏ। ਹੁਣ ਜਿਵੇਂ ਕੋਈ ਬੱਚਾ ਪੜ੍ਹਾਈ ਕਰਦਾ ਨਾ, ਸਕੂਲ 'ਚ ਐਡਮਿਸ਼ਨ ਹੁੰਦੀ ਹੈ, ਉਹ ਸਟੱਡੀ ਕਰਦਾ ਅਤੇ ਸਟੱਡੀ ਕਰਕੇ ਐਗਜ਼ਾਮ ਹੁੰਦੇ ਨੇ, ਫਿਰ ਕੋਈ ਫੇਲ ਅਤੇ ਕੋਈ ਪਾਸ। ਪਰ ਜਿਹਨੇ ਐਡਮਿਸ਼ਨ ਹੀ ਸਕੂਲ ਵਿੱਚ ਨਹੀਂ ਕਰਾਈ, ਨਾ ਉਹ ਫੇਲ ਵਿੱਚ ਅਤੇ ਨਾ ਉਹ ਪਾਸ ਦੇ ਵਿੱਚ ਆਉਂਦਾ ਆ। ਕਿਉਂ ਉਹਨੇ ਐਡਮਿਸ਼ਨ ਨਹੀਂ ਕਰਾਈ? ਉਹ ਭਾਵੇਂ ਜਿੰਨੀ ਮਰਜ਼ੀ ਪੜ੍ਹਾਈ ਘਰ ਬੈਠਾ ਕਰੀ ਜਾਏ ਵੀ ਮੈਨੂੰ ਫਲਾਣੇ ਪੜ੍ਹਾਤਾ, ਪਰ ਬਿਨਾਂ ਸਰਟੀਫਿਕੇਟ ਤੋਂ ਉਹਦਾ ਜੀਵਨ ਕਿਸੇ ਲੇਖੇ ਨਹੀਂ ਪੈਂਦਾ। ਗੁਣ ਜਿੰਨਾ ਮਰਜ਼ੀ ਹੋਵੇ, ਤੁਸੀਂ ਸਾਰੇ ਸਿਆਣੇ ਹੋ, ਤੁਹਾਨੂੰ ਪਤਾ ਵੀ ਬਿਨਾਂ ਸਰਟੀਫਿਕੇਟ ਤੋਂ ਅਗਲਾ ਪੁੱਛਦਾ ਵੀ ਕੀ ਪੜ੍ਹਾਈ ਕੀਤੀ ਹੈ, ਸਰਟੀਫਿਕੇਟ ਹੈ ਤੇਰੇ ਕੋਲ? ਠੀਕ ਹੈ, ਤੇਰੇ ਕੋਲ ਗੁਣ ਤਾਂ ਹੈ, ਪਰ ਤੇਰੇ ਕੋਲ ਸਰਟੀਫਿਕੇਟ ਵੀ ਹੋਣਾ ਚਾਹੀਦਾ ਨਾ। ਅੰਮ੍ਰਿਤ ਪਾਨ ਕਰਨਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਵਿੱਚ ਐਡਮਿਸ਼ਨ ਵਾਂਗੂ ਹੈ। ਸਤ ਸੰਗਤ ਕਰਨੀ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਇਹ ਸਾਡੀ ਪੜ੍ਹਾਈ ਹੈ। ਇਹ ਤਾਂ ਬਾਅਦ ਵਿੱਚ ਫੈਸਲਾ ਗੁਰੂ ਦੇ ਹੱਥ ਦੇ ਵਿੱਚ ਹੈ ਕਿ ਉਹਨੇ ਸਾਡਾ ਜਨਮ ਮਰਨ ਕੱਟਣਾ ਹੈ ਕਿ ਹਲੇ ਥੋੜ੍ਹੀ ਜਿਹੀ ਕਮੀ ਰਹਿੰਦੀ ਹੈ ਕਿ ਕਿਤੇ ਫਿਰ ਭੇਜਣਾ ਵੀ ਜਾ ਕੇ ਬੰਦਗੀ ਕਰ। ਇਸ ਕਰਕੇ ਗੁਰਮੁਖੋ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਪਾਨ ਕਰੋ, ਸਭ ਤੋਂ ਪਹਿਲੀ ਮਰਿਆਦਾ ਉਹ ਖੇਲੋ ਸ਼ਿਕਾਰ, ਤੇ ਹਰ ਰੋਜ਼ ਸ਼ਿਕਾਰ ਖੇਡਣਾ ਹੈ। ਸ਼ਸਤਰ ਵਿਦਿਆ ਜਿਮ ਹੋਏ ਸੰਭਾਰ। ਸ਼ਿਕਾਰ ਕਿਉਂ ਖੇਡਣਾ ਹੈ? ਤਾਂ ਕਿ ਤੁਹਾਡੀ ਸ਼ਸਤਰ ਵਿਦਿਆ ਦੀ ਸੰਭਾਲਣਾ ਹੋ ਸਕੇ, ਤੁਸੀਂ ਤਿਆਰ ਬਰ ਤਿਆਰ ਰਹੋ। ਹਰ ਝਟਕੈ ਬਕਰਨ ਕੋ ਖਯੋ। ਇਸੇ ਪ੍ਰਕਾਰ ਗੁਰੂ ਕੇ ਖਾਲਸੇ ਨੇ ਝਟਕੇ ਆਦਿਕ ਕਰਨੇ ਨੇ। ਝਟਕੇ ਕਰਕੇ ਜਿਹੜੀ ਉਹ ਬਿਰਤੀ ਹੈ ਨਾ, ਉਹ ਬਿਰਤੀ ਬਣਾ ਕਰਕੇ ਰੱਖਣ ਵੀ ਅੱਠੇ ਬਰ ਤਿਆਰ ਰਹਿਣਾ। ਸ਼ਿਕਾਰ ਕਰੇਗਾ ਤੇ ਤਾਂ ਹੀ ਜੰਗ ਵਾਲੀ ਬਿਰਤੀ ਰੱਖੇਗਾ। ਜੇ ਸ਼ਿਕਾਰ ਹੀ ਨਹੀਂ ਕਰੇਗਾ ਤੇ ਜੰਗ ਵਾਲੀ ਬਿਰਤੀ ਕਿੱਥੋਂ ਪੈਦਾ ਹੋਵੇਗੀ? ਇਸ ਪ੍ਰਕਾਰ ਜਿਹੜਾ ਕਹਿੰਦੇ ਨੇ ਕੁੱਠਾ ਮਾਸ ਹੈ ਨਾ, ਗੁਰੂ ਖਾਲਸੇ ਨੇ ਕੁੱਠਾ ਮਾਸ ਨਹੀਂ ਖਾਣਾ ਕਦਾਚਿਤ ਵੀ। ਕਲਮਾਂ ਦੇ ਨਾਲ ਕੂਹ ਕੇ ਜਾਨਵਰ ਨੂੰ ਬਣਾਇਆ ਹੋਇਆ ਜਿਹੜਾ ਮਾਸ ਹੈ, ਕੁੱਠਾ ਮਾਸ ਗੁਰੂ ਖਾਲਸੇ ਨੇ ਕਦੇ ਵੀ ਛਕਣਾ ਨਹੀਂ। ਕੇਸਾਂ ਦੀ ਪ੍ਰਤਪਾਲਣਾ ਕਰਨੀ ਹੈ, ਕੇਸਾਂ ਦੀ ਸਾਂਭ ਸੰਭਾਲਣਾ ਕਰਨੀ ਹੈ। ਝੂਠੇ ਹੱਥ ਨਹੀਂ ਕੇਸਾਂ ਨੂੰ ਲਾਉਣੇ। ਜੇ ਤੁਸੀਂ ਕੇਸ ਵਾਏ ਨੇ ਤੇ ਕੇਸ ਜਿਹੜੇ ਨਿਕਲ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਮੁਰਦੇ ਕੇਸ, ਕੰਘੇ ਨਾਲ ਜਿਹੜੇ ਨਿਕਲ ਆਉਂਦੇ ਨੇ, ਉਹ ਵੀ ਸੰਭਾਲ ਕੇ ਰੱਖਣੇ, ਜਾਂ ਜਲ ਪ੍ਰਵਾਹ ਕਰਨੇ ਨੇ ਤੇ ਜਾਂ ਫਿਰ ਅਗਨ ਭੇਟ ਕਰ ਦੇਣੇ ਨੇ। ਤੇ ਝੂਠੇ ਹੱਥ ਦਸਤਾਰ ਨੂੰ ਨਹੀਂ ਲਾਉਣੇ, ਕਦੇ ਕੇਸਾਂ ਨੂੰ ਨਹੀਂ ਲਾਉਣੇ। ਕੇਸ ਖੁੱਲ੍ਹੇ ਨਹੀਂ ਛੱਡਣੇ। ਆਪਾਂ ਕੀ ਕਰਦੇ ਹਾਂ ਨਾ, ਕੇਸ ਖੋਲ੍ਹ ਲਏ ਤੇ ਖੋਲ੍ਹ ਕੇ ਕੇਸ ਤੇ ਬਿਨਾਂ ਦਸਤਾਰ ਲਿਆਂ ਇਉਂ ਹੀ ਬੈਠੇ ਰਹਿੰਦੇ ਆ। ਕਹਿੰਦੇ ਕੇਸ ਹਰੇ ਕਰਨੇ ਹੋਣ। ਹਰੇ ਦਾ ਭਾਵ ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਕੇਸ ਸੁਕਾਉਣੇ, ਤੇ ਖਾਲਸੇ ਪੰਥ ਵਿੱਚ ਇਹਨੂੰ ਕਹਿੰਦੇ ਕੇਸ ਹਰੇ ਕਰਨੇ। ਉਹ ਕਹਿੰਦੇ ਸੁੱਕਣ ਸਾਡੇ ਦੁਸ਼ਮਣ, ਸਾਡੇ ਕੇਸ ਥੋੜ੍ਹਾ ਸੁੱਕਣ, ਕੇਸ ਹਰੇ ਕਰਨੇ। ਇੱਕ ਹੁੰਦਾ ਨਾ ਸੁੱਕ ਜਾਣਾ, ਇੱਕ ਹਰਾ ਹੋਣਾ। ਕੇਸ ਜਦੋਂ ਹਰੇ ਕਰਨੇ ਨੇ ਤੇ ਉੱਪਰ ਦਸਤਾਰ ਲੈ ਕੇ, ਤੇ ਜਦੋਂ ਵੀ ਗੁਰੂ ਕੇ ਸਿੱਖ ਨੇ ਕਿਤੇ ਜੰਗਲ ਪਾਣੀ ਜਾਣਾ ਹੋਵੇ, ਵਾਸ਼ਰੂਮ ਵਰਤਣਾ ਹੋਵੇ, ਉਸ ਵਕਤ ਕਦੇ ਕੇਸ ਖੋਲ ਕੇ ਨਹੀਂ ਜਾਣਾ, ਦਸਤਾਰ ਬੰਨ੍ਹ ਕੇ ਜਾਣਾ। ਕੇਸਾਂ ਦੀ ਬੇਅਦਬੀ ਹੁੰਦੀ ਹੈ। ਤੇ ਨੰਗੇ ਸਿਰ ਕਦੇ ਵੀ ਭੋਜਨ ਨਹੀਂ ਛਕਣਾ, ਲੰਗਰ ਨਹੀਂ ਛਕਣਾ। ਕੇਸਾਂ ਨੂੰ ਹਮੇਸ਼ਾ ਢੱਕ ਕੇ ਰੱਖਣਾ ਹੈ।
ਇਸ ਕਰਕੇ ਭਾਈ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਕੇਸਾਂ ਦੀ ਜਿਹੜੀ ਮੋਹਰ ਹੈ, ਖਾਲਸੇ ਨੇ ਸਦਾ ਇਹਦੀ ਪ੍ਰਤਪਾਲਣਾ ਕਰਨੀ, ਸਤਕਾਰ ਕਰਨਾ ਹੈ। ਉਸਤਰਨ ਸੋ ਕਟਿਓ ਬਾਲ। ਉਸਤਰੇ ਦੇ ਨਾਲ ਕਦੇ ਵੀ ਸਿੱਖ ਨੇ ਕੇਸ ਨਹੀਂ ਕਤਲ ਕਰਨੇ। ਇੱਕ ਹੁੰਦੇ ਨੇ ਰੋਮ, ਇੱਕ ਹੁੰਦੇ ਨੇ ਕੇਸ। ਕਹਿੰਦੇ ਸਾਡੀ ਗਰਦਨ ਤੋਂ ਹੇਠਾਂ ਸਰੀਰ ਉੱਪਰ ਜਿੰਨੇ ਵਾਲ ਨੇ, ਜਿੰਨੇ, ਉਹਨੂੰ ਰੋਮ ਕਹਿੰਦੇ। ਛੋਟੇ ਛੋਟੇ ਨਾ ਇਹ ਰੋਮ ਹੁੰਦੇ ਨੇ, ਤੇ ਗਰਦਨ ਤੋਂ ਉੱਪਰ ਜਿਹੜੇ ਉਹਨਾਂ ਨੂੰ ਕੇਸ ਕਹਿੰਦੇ ਨੇ। ਬਾਕੀ ਰੋਮ ਨੇ ਸਾਡੇ ਸਰੀਰ ਤੇ ਆਹ ਕੇਸ ਨੇ ਸਾਡੇ। ਤੇ ਸਰੀਰ ਦੇ ਉੱਪਰ ਰੋਮ ਤੇ ਕੇਸ, ਇਹਨਾਂ ਦੀ ਬੇਅਦਬੀ ਸਿੱਖ ਨੇ ਨਹੀਂ ਕਰਨੀ। ਭਾਵੇਂ ਬੀਬੀ ਹੈ, ਭਾਵੇਂ ਭਾਈ ਪੁਰਸ਼ ਹੈ, ਕਿਸੇ ਨੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਤੇ ਕੇਸਾਂ ਦੀ ਬੇਅਦਬੀ ਭਾਈ ਨਹੀਂ ਕਰਨੀ। ਪਿਤਰਨ ਕਰਮ ਸੋ ਛੋਰਨ ਕਰਨੋ। ਇਸ ਪ੍ਰਕਾਰ ਪਿਤਰ ਕਰਮ ਕਰਨੇ, ਬਜ਼ੁਰਗਾਂ ਦੇ ਨਿਮਿਤ ਸਰਾਧ ਆਦਿ ਕਰਾ ਦੇਣੇ। ਕਬੀਰ ਸਾਹਿਬ ਜੀ ਕੀ ਕਹਿੰਦੇ ਨੇ, ਕਦੇ ਬਾਣੀ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜੀਵਤ ਪਿਤਰ ਨਾ ਮਾਨੇ ਕਉ ਮੂਏ ਸਿਰਾਧ ਕਰਾਹੀ। ਜਿਉਂਦਿਆਂ ਜੀ ਪਿਤਰਾਂ ਨੂੰ, ਬਜ਼ੁਰਗਾਂ ਨੂੰ ਕੋਈ ਨਹੀਂ ਮੰਨਦਾ। ਜਦੋਂ ਚੜ੍ਹਾਈ ਕਰ ਜਾਣ ਤੇ ਪਿੱਛੋਂ ਸ਼ਰਾਧ ਕਰਾਉਂਦੇ ਨੇ। ਸ਼ਰਾਧ ਕਰਾਉਣ ਵੇਲੇ ਜਿਹੜਾ ਭੋਜਨ ਹੁੰਦਾ ਬਾਹਰ ਜਾ ਕੇ ਰੱਖ ਦਿੰਦੇ ਨੇ, ਕੋਠੇ ਤੇ ਰੱਖ ਦਿੱਤਾ ਵੀ ਸਾਡੇ ਪਿਤਰ ਖਾ ਜਾਣਗੇ। ਤੇ ਕਬੀਰ ਸਾਹਿਬ ਕਹਿੰਦੇ ਉਹਨਾਂ ਪਿਤਰਾਂ ਨੂੰ ਵਿਚਾਰਿਆਂ ਨੂੰ ਥੋੜਾ ਕੁਝ ਮਿਲਦਾ। ਉਹ ਜਿਹੜਾ ਭੋਜਨ ਆਦਿ ਕੱਢਿਆ ਹੁੰਦਾ ਨਾ, ਕਊਏ ਕੂਕਰ ਖਾਹੀ, ਉਹ ਕੁੱਤੇ ਆ ਕੇ ਖਾ ਜਾਂਦੇ ਨੇ, ਕਾਂ ਆ ਕੇ ਖਾ ਜਾਂਦੇ ਨੇ। ਇਸ ਕਰਕੇ ਸਿੱਖ ਨੇ ਕਦੇ ਸ਼ਰਾਧ ਆਦਿਕ ਨਹੀਂ ਕਰਨਾ, ਪਿਤਰਾਂ ਨੂੰ ਨਹੀਂ ਮੰਨਣਾ, ਜਠੇਰਿਆਂ ਨੂੰ ਨਹੀਂ ਮੰਨਣਾ। ਇਹਨਾਂ ਦੀ ਪੂਜਾ ਖਾਲਸੇ ਨੇ ਨਹੀਂ ਕਰਨੀ। ਖਾਲਸੇ ਨੇ ਅਕਾਲ ਦੀ ਪੂਜਾ ਕਰਨੀ ਹੈ। ਇਸ ਕਰਕੇ ਪਿਤਰਨ ਕਰਮ ਸੋ ਛੋਰਨ ਕਰਨੋ। ਜਿਹੜਾ ਪਿਤਰ ਕਰਮ ਹੈ, ਸ਼ਰਾਧ ਆਦਿ ਕਰਨੇ, ਉਹਨਾਂ ਨੂੰ ਮੰਨਣਾ, ਜਠੇਰਿਆਂ ਨੂੰ ਪੂਜਣਾ, ਮੇਰੇ ਖਾਲਸੇ ਨੇ ਇਹ ਕਰਮ ਕਦਾਚਿਤ ਨਹੀਂ ਕਰਨਾ। ਰੱਖਿਓ ਧਿਆਨ ਸੋ ਮਦ ਗੁਰ ਚਰਨੋ। ਅੱਠੇ ਪੈਰ ਗੁਰੂ ਕੇ ਖਾਲਸੇ ਨੇ ਆਪਣਾ ਧਿਆਨ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਜੋੜ ਕੇ ਰੱਖਣਾ ਹੈ। ਪਰੈ ਔਰ ਜੋ ਖੋਟੇ ਰਾਹੇ। ਇਸ ਕਰਕੇ ਭਾਈ ਜਦੋਂ ਵੀ ਕੋਈ ਖੋਟੇ ਰਾਹ ਪੈ ਜਾਂਦਾ ਹੈ, ਕੋਈ ਗਲਤੀ ਕਰ ਲੈਂਦਾ ਹੈ, 4 ਬੱਜਰ ਕਰੈਤਾਂ ਨਾ ਕਰਨ ਦਾ ਹੁਕਮ ਹੋਇਆ, ਗਲਤੀ ਕਰਨ ਦਾ ਨਾ ਹੁਕਮ ਹੋਇਆ ਵੀ ਗੁਰੂ ਕੇ ਸਿੱਖ ਨੇ ਗਲਤੀ ਨਹੀਂ ਕਰਨੀ ਕਿਸੇ ਪ੍ਰਕਾਰ ਦੀ। ਹਾਂ, ਜੇ ਕਿਸੇ ਕੋਲੋਂ ਜਾਣੇ ਅਣਜਾਣੇ ਗਲਤੀ ਹੋ ਜਾਂਦੀ ਹੈ, ਕੋਈ ਖੋਟੇ ਗਲਤ ਰਾਹ ਪੈ ਜਾਂਦਾ ਹੈ, ਗਲਤੀ ਕਰ ਬਹਿੰਦਾ ਹੈ, ਕੋ ਲਾਇਓ ਜ਼ਰੂਰ ਤਨਖਾਹੇ। ਉਹਨਾਂ ਨੂੰ ਤਨਖਾਹ ਲਾਣੀ ਚਾਹੀਦੀ ਹੈ। ਭਾਵ ਕਿ ਜਦੋਂ ਕੋਈ ਗਲਤੀ ਕਰ ਲੈਂਦਾ ਹੈ, 5 ਸਿੰਘਾਂ ਦੇ ਕੋਲੋਂ ਹਾਜ਼ਰ ਹੋਵੇ, ਪੇਸ਼ ਹੋਵੇ, ਤੇ ਉਹਨਾਂ ਨੂੰ ਦੱਸੇ ਵੀ ਮੈਂ ਆਹ ਗਲਤੀ ਕੀਤੀ ਹੈ। ਫਿਰ ਮੌਕੇ 'ਤੇ ਮੌਜੂਦ ਜਿਹੜੇ 5 ਸਿੰਘ, 5 ਪਿਆਰੇ ਨੇ, ਉਹਨਾਂ ਨੇ ਫਿਰ ਇਸ ਗੱਲ ਦੇ ਉੱਪਰ ਉਹਨਾਂ ਨੇ ਮੋਹਰ ਲਾਣੀ ਹੁੰਦੀ ਹੈ ਕਿ ਇਹਨੇ ਆਹ ਗਲਤੀ ਕੀਤੀ ਹੈ ਤੇ ਇਹਦੀ ਇਹ ਤਨਖਾਹ ਬਣਦੀ ਹੈ। ਤੇ ਜਿਹੜੀ ਤਨਖਾਹ ਵੀ ਲਾਈ ਜਾਂਦੀ ਹੈ ਉਹ ਧਾਰਮਿਕ ਤੌਰ 'ਤੇ ਲਾਈ ਜਾਂਦੀ ਹੈ। ਤੇ ਸਾਧ ਸੰਗਤ ਉਹ ਅਰਦਾਸ ਕਰਕੇ ਫਿਰ ਉਹਨੂੰ ਤਨਖਾਹ ਲਾ ਦਿੰਦੇ ਨੇ ਵੀ ਭਾਈ ਤੈਨੂੰ ਆਹ ਸਜ਼ਾ ਹੈ, ਇਹ ਕਰਮ ਤੂੰ ਜਿਹੜਾ ਹੈ ਉਹ ਕਰਨਾ ਹੈ। ਨਿਤਨੇਮ ਕਰਨੀ, ਬਾਣੀ ਪੜ੍ਹਨੀ, ਸੇਵਾ ਕਰਨੀ, ਉਹ ਕਿਸੇ ਤਰ੍ਹਾਂ ਦਾ ਵੀ ਹੁਕਮ ਕਰ ਸਕਦੇ ਨੇ। ਜਦੋਂ ਵੀ ਕੋਈ ਗਲਤੀ ਕਰਦਾ ਨਾ, ਤੇ ਅੱਜ ਦੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੱਦਿਆ ਜਾਂਦਾ, ਤਲਬ ਕੀਤਾ ਜਾਂਦਾ। ਯਾਦ ਰੱਖਿਓ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੇਵਲ ਸਿੱਖ ਨੂੰ ਸੱਦਿਆ ਜਾ ਸਕਦਾ ਹੈ, ਜਿਹੜਾ ਸਿੱਖ ਹੈ, ਦੂਜੇ ਨੂੰ ਨਹੀਂ। ਜਦੋਂ ਗਲਤੀ ਕਰਦਾ ਅਕਾਲ ਤਖਤ ਸਾਹਿਬ 'ਤੇ ਸੱਦਿਆ ਜਾਂਦਾ ਹੈ ਤੇ 5 ਸਿੰਘ ਸਾਹਿਬਾਨ ਉਹਨੂੰ ਸਜ਼ਾ ਲਾਉਂਦੇ ਨੇ ਵੀ ਭਾਈ ਤੂੰ ਸੇਵਾ ਕਰਨੀ, ਤੂੰ ਬਰਤਨ ਮਾਂਜਣੇ, ਤੂੰ ਇੰਨੇ ਦਿਨ ਬਾਣੀ ਸੁਣਨੀ ਹੈ। ਅਰਦਾਸ ਕਰਕੇ ਗੁਰੂ ਦੇ ਹੁਕਮ ਮੁਤਾਬਕ ਸਜ਼ਾ ਲਾਉਂਦੇ ਨੇ। ਤੇ ਲੋਕਾਂ ਦੀ ਵਿਚਾਰ ਸੁਣਨ ਨੂੰ ਮਿਲੀ ਹੈ ਕਿ ਇਹ ਵੀ ਕੋਈ ਸਜ਼ਾ ਹੁੰਦੀ ਹੈ, ਵੀ ਇਹ ਵੀ ਕੋਈ ਸਜ਼ਾ ਹੈ, ਵੀ ਗਲਤੀ ਕੀਤੀ ਤੇ ਠੀਕ ਹੈ ਜੀ, ਅਗਲੇ ਨੂੰ ਆਖੋ ਜੀ ਭਾਂਡੇ ਮਾਂਜ, ਵੀ ਜਾ ਕੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ। ਗੁਰਮੁਖੋ, ਜਿਹੜੀ ਧਾਰਮਿਕ ਸਜ਼ਾ ਇਸ ਤਰੀਕੇ ਨਾਲ ਹੀ ਦਿੱਤੀ ਜਾਂਦੀ ਹੈ, ਇਹ ਮਰਿਆਦਾ ਗੁਰੂ ਸਾਹਿਬ ਨੇ ਬਣਾਈ। ਪਹਿਲਾ ਪੱਖ ਤਾਂ ਇਹ। ਦੂਜਾ ਪੱਖ ਇਹ ਹੈ ਕਿ ਕੋਈ ਬੰਦਾ ਗਲਤੀ ਕਰਦਾ, ਕਿਸੇ ਨੇ ਕਤਲ ਕੀਤਾ, ਕਾਨੂੰਨ ਨੇ ਸਜ਼ਾ ਦਿੱਤੀ 10 ਸਾਲ 20 ਸਾਲ ਉਮਰ ਕੈਦ ਤੈਨੂੰ, ਉਹ 100 ਸਾਲ ਅੰਦਰ ਰਹੂਗਾ ਪਰ ਉਹਦਾ ਪਾਪ ਨਹੀਂ ਧੋਤਾ ਜਾਏਗਾ। ਪਰ ਜਿਹਨੇ ਪਾਪ ਕੀਤਾ ਤੇ ਜਿਹਨੂੰ ਧਾਰਮਿਕ ਸਜ਼ਾ ਲੱਗ ਗਈ
ਜੇ ਉਹ ਕਿਤੇ ਉਹਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ 'ਚ ਜਾ ਕੇ ਬਰਤਨ ਮਾਂਜ ਲਏ, ਜੇ ਉਹਨੇ ਬਹਿ ਕੇ ਬਾਣੀ ਸੁਣ ਲਈ, ਉਹਦਾ ਪਾਪ ਜ਼ਰੂਰ ਧੋਤਾ ਜਾਏਗਾ। ਜਿਹਨੂੰ ਕਾਨੂੰਨ ਨੇ ਸਜ਼ਾ ਦਿੱਤੀ ਨਾ, ਚੋਰੀ ਕੀਤੀ ਹੈ, ਕਾਨੂੰਨ ਕਿੰਨੇ ਕੁ ਦਿਨ ਅੰਦਰ ਰੱਖ ਲਏਗਾ? ਚੋਰੀ ਕਰਨ ਵਾਲੇ ਨੂੰ 6 ਮਹੀਨੇ, ਸਾਲ, 2 ਸਾਲ ਸਜ਼ਾ ਹੋ ਜਾਏਗੀ, ਪਰ ਪਾਪ ਤਾਂ ਨਹੀਂ ਨਾ ਧੋਤਾ ਗਿਆ। ਸਮਾਜ ਲਈ ਘਾਤਕ ਹੈ, ਸਮਾਜ ਦੀ ਨਿਗਾਹ ਵਿੱਚ ਸਜ਼ਾ ਦੇ ਦਿੱਤੀ, ਪਰ ਜਿਨ੍ਹਾਂ ਨੇ ਉੱਥੇ ਜਾ ਕੇ ਅਰਦਾਸ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ, ਜਿਹੜੀ ਸੇਵਾ ਉੱਥੇ ਲੱਗ ਗਈ ਨਾ, ਉਸ ਸੇਵਾ ਨੇ ਉਹਨਾਂ ਦੇ ਪਾਪ ਧੋ ਕਰਕੇ ਰੱਖ ਦਿੱਤੇ। ਇਸ ਕਰਕੇ ਉਹ ਧਾਰਮਿਕ ਸਜ਼ਾ ਲਾਈ ਜਾਂਦੀ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜੇਕਰ ਕੋਈ ਖੋਟੇ ਰਾਹ ਪੈ ਜਾਂਦਾ, ਕੋਈ ਗਲਤੀ ਕਰ ਲੈਂਦਾ, ਉਹ 5 ਪਿਆਰਿਆਂ ਦੇ ਕੋਲ ਪੇਸ਼ ਹੋਵੇ ਤੇ ਗੁਰੂ ਕਾ ਪੰਥ ਉਹਨੂੰ ਜ਼ਰੂਰ ਤਨਖਾਹ ਲਾਵੇ, ਸਜ਼ਾ ਲਾਵੇ। ਦੋਹਰਾ ਕਰੀ ਜੋ ਸਤਿਗੁਰੂ ਪ੍ਰਥਮ ਬਿਦ, ਸੋਈ ਪੁਨ ਬਿਦ ਕੀਨ। ਸਾਧ ਸੰਗਤ ਜੀ, ਆਪੇ ਗੁਰ ਚੇਲਾ ਹੈ, ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ। ਗੁਰੂ ਵੀ ਆਪ ਤੇ ਚੇਲੇ ਵੀ ਆਪ। ਜਿਹੜੀ ਵਿਧੀ, ਜਿਹੜੀ ਮਰਿਆਦਾ ਸਤਿਗੁਰੂ ਜੀ ਨੇ ਪਹਿਲਾਂ ਖਾਲਸਾ ਪੰਥ ਸਾਜਣ ਵਾਸਤੇ ਆਪ ਵਰਤੀ ਹੈ, ਤੇ ਜਿਸ ਤਰੀਕੇ ਨਾਲ 5 ਸਿੰਘਾਂ ਨੂੰ ਅੰਮ੍ਰਿਤ ਛਕਾਇਆ, ਹੁਣ ਉਹ ਵਿਧੀ ਆਪ ਵੀ ਧਾਰਨ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ। 5 ਭੁਜੰਗੀ ਜੋ ਭਏ, ਗੁਰ ਉਨ ਤੇ ਪਾਹੁਲ ਲੀਨ। ਜਿਹੜੇ 5 ਪਿਆਰੇ ਸਨ, ਸਤਿਗੁਰੂ ਮਹਾਰਾਜ ਜੀ ਉਹਨਾਂ ਅੱਗੇ ਹੱਥ ਜੋੜ ਕੇ ਖਲੋ ਗਏ ਤੇ ਕਹਿਣ ਲੱਗੇ, ਭਾਈ ਜਿਵੇਂ ਤੁਸੀਂ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਪਿਆਰੇ ਸਿੰਘ ਸਜ ਗਏ ਹੋ, ਤੇ ਇਨ ਬਿਨ ਇਸੇ ਪ੍ਰਕਾਰ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ 5 ਸਿੰਘਾਂ ਕੋਲੋਂ ਅੰਮ੍ਰਿਤ ਪਾਨ ਪਹਿਲਾਂ ਆਪ ਕੀਤਾ ਤੇ ਅੰਮ੍ਰਿਤ ਛਕ ਕੇ ਸਤਿਗੁਰੂ ਜੀ ਗੋਬਿੰਦ ਸਿੰਘ ਬਣੇ ਹਨ। ਵਹੀ ਵਰਤਾਰੋ ਭੁਜੰਗਨ ਵਰਤਾਇਓ। ਜਿਸ ਵਰਤਾਰੇ ਨਾਲ ਸਤਿਗੁਰਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਇਆ, ਤੇ ਹੁਣ 5 ਪਿਆਰਿਆਂ ਨੇ ਵੀ ਉਹੀ ਵਰਤਾਰੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅੰਮ੍ਰਿਤ ਛਕਾਇਆ ਹੈ। ਆਪੇ ਗੁਰ ਚੇਲਾ ਕਹਿਵਾਇਓ। ਸਤਿਗੁਰੂ ਜੀ ਨੇ ਆਪੇ ਗੁਰੂ ਤੇ ਆਪੇ ਹੀ ਚੇਲਾ ਕਹਵਾਇਆ। ਦਾਸ ਨੇ ਕੱਲ ਬੇਨਤੀ ਕੀਤੀ ਸੀ ਕਿ ਇਹ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਹੀ ਤੋਰ ਦਿੱਤੀ ਸੀ। ਉਲਟੀ ਗੰਗ ਵਹਾਇਓ ਨ, ਉਲਟੀ ਗੰਗਾ ਵਹਾ ਦਿੱਤੀ ਨਾ। ਗੁਰੂ ਆਪ ਸਨ, ਪਰ ਆਪਣੇ ਅਸਥਾਨ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਕੇ ਤੇ ਚੇਲਾ ਬਣ ਕੇ ਨਮਸਕਾਰ ਕੀਤੀ, ਅੱਜ ਤੋਂ ਬਾਅਦ ਤੁਸੀਂ ਗੁਰੂ ਹੋ। ਉਹ ਮਰਿਆਦਾ 10ਵੇਂ ਪਾਤਸ਼ਾਹ ਨੇ ਨਿਭਾਈ, ਤੇ ਉਹ ਜਿਹੜੀ ਗੁਰਤਾ ਗੱਦੀ ਸਰਗੁਣ ਸਰੂਪ ਦੀ ਮਹਾਰਾਜ ਨੇ ਖਾਲਸੇ ਪੰਥ ਨੂੰ ਦਿੱਤੀ। ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਕਿ ਸਤਿਗੁਰੂ ਜੀ ਜਦੋਂ ਇੱਥੋਂ ਬਾਹਰ ਨਿਕਲੇ ਚਮਕੌਰ ਦੀ ਗੜੀ ਦੇ ਵਿੱਚੋਂ ਗੁਰਮੁਖੋ ਸਿੰਘਾਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੇ ਜਿਹੜੀ ਸਰਗੁਣ ਸਰੂਪ ਦੀ ਪਦਵੀ ਗੁਰਤਾ ਗੱਦੀ ਉਹ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਨੇ ਮੇਰੇ ਸਰਗੁਣ ਸਰੂਪ ਦੇ ਦਰਸ਼ਨ ਕਰਨੇ ਹੋਣ, ਗੁਰੂ ਕੇ ਖਾਲਸੇ ਦੇ ਆ ਕੇ ਦਰਸ਼ਨ ਕਰ ਲਏ, ਤੇ ਜਿਹਨੇ ਨਿਰਗੁਣ ਸਰੂਪ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆ ਕੇ ਦਰਸ਼ਨ ਕਰੇ। ਤੇ ਭਾਈ ਨੰਦ ਲਾਲ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ ਜਿਹੜੇ ਰਹਿਤਨਾਮਿਆਂ ਦੇ ਬਚਨ ਨੇ ਕਿ ਜਿਹੜੇ ਸਿੱਖ ਦੇ ਮਨ ਅੰਦਰ ਮੇਰੇ ਨਿਰਗੁਣ ਸਰੂਪ ਦੇ ਦਰਸ਼ਨਾਂ ਦੀ ਚਾਹਨਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ। ਜਿਹਦੇ ਮਨ ਦੇ ਅੰਦਰ ਮੇਰੇ ਬਚਨ ਸੁਣਨ ਦੀ ਚਾਹਨਾ ਹੈ ਤੇ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸਰਵਣ ਕਰੇ। ਤੇ ਜਿਸ ਸਿੱਖ ਦੇ ਮਨ ਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ, ਉਹ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ। ਤੇ ਗੁਰੂ ਗ੍ਰੰਥ ਸਾਹਿਬ ਜੀ ਹੀ ਸਰਗੁਣ ਸਰੂਪ ਨੇ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ। ਤੇ ਜਿਨ੍ਹਾਂ ਨੇ ਫਿਰ ਹੁਣ ਨਿਰਗੁਣ ਦੇ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਰਾ ਦਿੱਤੇ, ਜੇ ਸਰਗੁਣ ਦੇ ਦਰਸ਼ਨ ਕਰਨੇ ਹੋਣ ਤੇ ਕਿਹਾ ਜੀ ਭਾਈ ਗੁਰੂ ਕੇ ਜਿਹੜੇ ਸਿੱਖ, ਗੁਰੂ ਕਾ ਜਿਹੜਾ ਪੰਥ ਹੈ, ਗੁਰੂ ਕੇ ਪੰਥ ਦੇ ਦਰਸ਼ਨ ਕਰੋ, ਤੁਹਾਨੂੰ ਮੇਰੇ ਸਰਗੁਣ ਸਰੂਪ ਦੇ ਦਰਸ਼ਨ ਹੋ ਜਾਣਗੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪੇ ਹੀ ਗੁਰੂ ਤੇ ਆਪੇ ਹੀ ਚੇਲਾ ਕਹਿਵਾਇਆ ਹੈ। ਇਹ ਜਿਹੜਾ ਵਰਤਾਰਾ ਭਾਈ ਰਤਨ ਸਿੰਘ ਜੀ ਕਹਿੰਦੇ ਮੁੱਢ ਕਦੀਮੋਂ ਚੱਲਦਾ ਆਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਉਹਨਾਂ ਨੂੰ ਗੁਰੂ ਆਖਿਆ ਹੈ ਤੇ ਨਮਸਕਾਰ ਕੀਤੀ ਹੈ। ਇਸ ਪ੍ਰਕਾਰ 5 ਸਿੰਘਾਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਵੀ ਖੰਡੇ ਬਾਟੇ ਦੀ ਪਾਹੁਲ ਛਕੀ ਹੈ। ਖਾਲਸੋ ਵਡ ਕਰ ਧਾਰੀ।
ਇਸੇ ਪ੍ਰਕਾਰ ਸਾਧ ਸੰਗਤ ਸਤਿਗੁਰਾਂ ਦੀ ਕਿਰਪਾ ਨਾਲ ਕਲਾ ਧਾਰੀ ਖਾਲਸਾ ਪੰਥ ਪ੍ਰਗਟ ਹੋਇਆ ਹੈ। ਸਾਲ 52 ਪਰ ਸਤਵੈ ਸਹੀ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸਾਲ ਹੈ 1752 ਬੁੱਧਵਾਰ ਵਿਸਾਖੈ ਪੰਥ ਉਤਪਤ ਭਈ। ਤੇ ਬੁੱਧਵਾਰ ਦਾ ਦਿਨ ਤੇ ਵਿਸਾਖ ਦਾ ਮਹੀਨਾ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਇਸ ਤਰ੍ਹਾਂ ਬਚਨ ਆਉਂਦੇ ਨੇ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹ 5 ਸਿੰਘ, ਉਹਨਾਂ ਨੂੰ 5 ਪਿਆਰੇ ਦਾ ਖਿਤਾਬ ਦਿੱਤਾ ਮਹਾਰਾਜ ਨੇ। ਤੇ ਬਾਅਦ ਵਿੱਚ ਫਿਰ 5 ਸਿੰਘਾਂ ਨੇ ਫਿਰ ਅੰਮ੍ਰਿਤ ਪਾਨ ਕੀਤਾ, ਜਿਨ੍ਹਾਂ ਵਿੱਚ ਭਾਈ ਈਸ਼ਰ ਸਿੰਘ ਜੀ, ਭਾਈ ਦੇਵਾ ਸਿੰਘ ਜੀ ਆਦਿਕ ਸਿੱਖ ਸਨ। ਉਹਨਾਂ ਨੂੰ 5 ਮੁਕਤੇ 5 ਵੀਰਾਂ ਦਾ ਖਿਤਾਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਤੇ ਬਾਅਦ ਵਿੱਚ ਬਾਕੀ ਹੋਰ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਹੈ। ਦੋਹਰਾ ਉਸੇ ਦਿਵਸ ਤੇ ਖਾਲਸੇ ਲਗਿਓ ਪਸਾਰੋ ਹੋਣ। ਜਿਸ ਦਿਨ ਖਾਲਸੇ ਪੰਥ ਦੀ ਸਿਰਜਣਾ ਸਤਿਗੁਰਾਂ ਨੇ ਕੀਤੀ, ਉਸ ਦਿਨ ਤੋਂ ਬਾਅਦ ਖਾਲਸੇ ਦਾ ਹੌਲੀ ਹੌਲੀ ਪਸਾਰਾ ਵਧਣ ਲੱਗ ਪਿਆ ਹੈ। 5 50 ਸੈਂਕੜਨ ਰਲ ਨਿਤ ਸਿੰਘ ਕਲੋਨ। ਪਹਿਲਾਂ 5 ਸਿੰਘਾਂ ਨੇ ਅੰਮ੍ਰਿਤ ਪਾਨ ਕੀਤਾ, ਫਿਰ 5 ਹੋਰ ਸਿੰਘਾਂ ਨੇ ਅੰਮ੍ਰਿਤ ਪਾਨ ਕੀਤਾ, ਉਸ ਤੋਂ ਬਾਅਦ 50 ਨੇ, ਸੈਂਕੜਿਆਂ ਨੇ। ਇਸ ਤਰ੍ਹਾਂ ਹੌਲੀ ਹੌਲੀ ਗੁਰੂ ਖਾਲਸੇ ਦੀ ਗਿਣਤੀ ਵਧਦੀ ਗਈ ਹੈ ਤੇ ਰਲ ਨਿਤ ਸਿੰਘ ਖਲੋਣ, ਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਗੁਰੂ ਕੇ ਸਿੱਖ ਰਲ ਕੇ ਖਲੋਣ ਲੱਗ ਪਏ ਹਨ। ਜੋ ਪਈ ਜੋ ਸਤਿਗੁਰ ਕੰਮ ਸਭ ਖਾਲਸੇ ਦਿਓ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਿੰਨੇ ਵੀ ਕੰਮ ਕਾਜ ਸੀ ਉਹ ਗੁਰੂ ਕੇ ਖਾਲਸੇ ਨੂੰ ਸੌਂਪ ਦਿੱਤੇ ਹਨ। ਮੁਖ ਤਿਆਰ ਖਾਲਸਾ ਸਭ ਥਾਂ ਕੀਓ। ਹਰ ਇੱਕ ਜਗ੍ਹਾ ਤੇ ਖਾਲਸੇ ਨੂੰ ਖੁਦ ਮੁਖਤਿਆਰ ਬਣਾ ਦਿੱਤਾ ਹੈ ਵੀ ਹਰ ਤਰ੍ਹਾਂ ਦੀ ਸੇਵਾ ਸੰਭਾਲ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ। ਕੋਈ ਵੀ ਬਾਹਰ ਦਾ ਜਿਹੜਾ ਮਨੁੱਖ ਪੁਰਸ਼ ਹੈ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰੇਗਾ। ਹਾਂ, ਕੋਈ ਸੇਵਾ ਕੋਈ ਵੀ ਕਰ ਸਕਦਾ ਹੈ, ਪਰ ਜਿੱਥੇ ਮਰਿਆਦਾ ਦੀ ਗੱਲ ਹੈ, ਸੇਵਾ ਦੀ ਗੱਲ ਹੈ, ਜ਼ਿੰਮੇਵਾਰੀ ਦੀ ਗੱਲ ਹੈ, ਭਾਈ ਇੱਥੇ ਖਾਲਸਾ ਖੁਦ ਮੁਖਤਿਆਰੀ ਕਰੇਗਾ। ਦੱਖਣ ਪੂਰਬ ਉੱਤਰ ਵਾਏ। ਇਸ ਤਰ੍ਹਾਂ ਦੱਖਣ ਦਾ ਇਲਾਕਾ ਤੇ ਪੂਰਬ ਦਾ ਜਿਹੜਾ ਇਲਾਕਾ ਤੇ ਉੱਤਰ ਦਾ ਦੇਸ਼ ਹੈ। ਪੱਛਮ ਮਧ ਭੀ ਦਏ ਕਲਾਏ। ਪੱਛਮ ਦੇ ਇਲਾਕੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਕੀਆਂ ਸੰਗਤਾਂ ਵਸਦੀਆਂ ਨੇ, ਉੱਥੇ ਉੱਥੇ ਸਿੰਘਾਂ ਨੂੰ ਮੁਖਤਿਆਰ ਬਣਾ ਕੇ ਭੇਜ ਦਿੱਤਾ। ਮਸੰਦ ਪ੍ਰਥਾ ਖਤਮ ਕਰ ਦਿੱਤੀ ਨਾ ਮਹਾਰਾਜ ਨੇ। ਮਸੰਦ ਸਾੜੇ ਸਨ, ਉਹ ਤੰਗ ਕਰਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਸੰਦ ਸਾੜੇ। ਪਹਿਲਾਂ ਦੇਹਰਾਦੂਨ ਜਦੋਂ ਸਾਧ ਸੰਗਤ ਜੀ ਬਾਬੇ ਰਾਮ ਰਾਏ ਨੂੰ ਜਿਉਂਦਾ ਸਾੜਿਆ ਮਸੰਦਾਂ ਨੇ, ਉੱਥੇ ਮਹਾਰਾਜ ਨੇ ਮਸੰਦ ਸਾੜੇ ਪਹਿਲਾਂ। ਦੂਸਰੀ ਵਾਰੀ ਮਸੰਦ ਸਾੜੇ ਸਨ ਆਨੰਦਪੁਰ ਸਾਹਿਬ। ਤੇ ਕਾਰਨ ਇਹ ਸੀ ਕਿ ਜਿਹੜੇ ਪਹਿਲਾਂ ਮਸੰਦ ਸਾੜੇ ਉਹਨਾਂ ਨੇ ਬਾਬੇ ਰਾਮ ਰਾਏ ਜੋ ਜਿਉਂਦਾ ਸਨ ਉਹਨਾਂ ਦਾ ਜਿਉਂਦੇ ਸੰਸਕਾਰ ਕੀਤਾ। ਤੇ ਮਾਤਾ ਪੰਜਾਬ ਕੌਰ ਨੇ ਦੁਖੀ ਹੋ ਕੇ ਚਿੱਠੀ ਲਿਖੀ। ਸਤਿਗੁਰੂ ਜਾਣਦੇ ਸਨ ਵੀ ਇਹ ਮਸੰਦਾਂ ਦੀ ਮਤ ਭ੍ਰਸ਼ਟ ਹੋ ਗਈ ਹੈ। ਤੇ ਆਨੰਦ ਰਾਏ 10ਵੇਂ ਪਾਤਸ਼ਾਹ ਦੇ ਕੋਲ ਜਦੋਂ ਬਹਿਰੂਪੀਏ ਆਏ ਤੇ ਕਹਿੰਦੇ ਮਹਾਰਾਜ ਤੁਹਾਨੂੰ ਅਸੀਂ ਨਾਟਕ ਵਿਖਾਉਣਾ ਚਾਹੁੰਦੇ ਆ। ਤੇ ਪਾਤਸ਼ਾਹ ਜੀ ਕਹਿੰਦੇ ਨਾਟਕ ਵਿਖਾਓ ਜ਼ਰੂਰ, ਪਰ ਮਸੰਦ ਬਣ ਕੇ ਵਿਖਾਓ। ਉਹਨਾਂ ਨੇ ਮਸੰਦਾਂ ਦਾ ਰੂਪ ਧਾਰਿਆ। ਗਰੀਬ ਸਿੱਖਾਂ ਦੇ ਘਰ ਦੇ ਵਿੱਚ ਜਾਣਾ ਤੇ ਜ਼ਬਰਦਸਤੀ ਪੈਸੇ ਲੈਣੇ ਉਹਨਾਂ ਕੋਲੋਂ। ਪੈਸੇ ਨਾ ਹੋਣੇ ਤੇ ਜ਼ਬਰਦਸਤੀ ਮਾਇਆ ਲੈਣੀ ਉਹਨਾਂ ਕੋਲੋਂ ਵੀ ਮਾਇਆ ਲਿਆਓ। ਗਰੀਬ ਸਿੱਖ ਕਹਿਣ ਵੀ ਸਾਡੇ ਕੋਲ ਹੈ ਨਹੀਂ, ਕਹਿੰਦੇ ਨਹੀਂ ਤੁਹਾਨੂੰ ਮਾਇਆ ਦੇਣੀ ਪਏਗੀ। ਸ਼ਰਾਬ ਪੀਣਾ, ਸ਼ਰਾਬ ਪੀਣੀ, ਮੰਦ ਕਰਮ ਕਰਨੇ, ਬੁਰੇ ਕਰਮ ਕਰਨੇ, ਇਹੋ ਜਿਹਾ ਸੁਭਾਅ ਜਿਹੜਾ ਸੀ ਉਹ ਮਸੰਦਾਂ ਦਾ ਬਣ ਗਿਆ ਸੀ। ਤੇ 10ਵੇਂ ਪਾਤਸ਼ਾਹ ਜੀ ਕੋਲ ਸ਼ਿਕਾਇਤਾਂ ਪਹੁੰਚੀਆਂ ਤੇ ਗੁਰੂ ਸਾਹਿਬ ਜੀ ਨੇ ਇੱਕ ਦਿਨ ਚਿੱਠੀਆਂ ਲਿਖੀਆਂ ਮਸੰਦਾਂ ਨੂੰ। ਚਿੱਠੀਆਂ ਭੇਜ ਦਿੱਤੀਆਂ ਕਿ ਭਾਈ ਆਓ, ਤੁਹਾਡਾ ਮਾਣ ਕਰਨਾ, ਤੁਹਾਡਾ ਸਤਿਕਾਰ ਕਰਨਾ, ਤੁਹਾਨੂੰ ਸਰੋਪੇ ਦਿੱਤੇ ਜਾਣੇ ਨੇ, ਆਨੰਦਪੁਰ ਸਾਹਿਬ ਪਹੁੰਚੋ। ਮਸੰਦ ਬੜੇ ਖੁਸ਼, ਸਾਨੂੰ ਬੜਾ ਮਾਣ ਮਿਲਣਾ, ਸਤਿਕਾਰ ਮਿਲਣਾ। ਚੌੜੇ ਹੋ ਕੇ ਆਨੰਦਪੁਰ ਸਾਹਿਬ ਆਏ ਤੇ ਗੁਰੂ ਸਾਹਿਬ ਜੀ ਨੇ ਵੱਡੇ ਵੱਡੇ ਤੰਬੂ ਲਵਾ ਕੇ ਅੰਦਰ ਕੜਾਹੇ ਰਖਾਏ ਸਨ ਤੇਲ ਦੇ। ਤੇ ਸਾਧ ਸੰਗਤ ਜੀ ਇੱਕ ਮਸੰਦ ਆਉਣਾ ਤੇ ਅੰਦਰ ਲੈ ਜਾਣਾ, ਚਲੋ ਭਾਈ ਤੈਨੂੰ ਸਰੋਪਾ ਦਈਏ, ਬੜਾ ਮਾਣ ਕਰੀਏ ਤੇਰਾ। ਤੇ ਚੌਕੇ ਸਿੰਘਾਂ ਨੇ ਕੜਾਹੇ 'ਚ ਸੁੱਟ ਕੇ ਤਲ ਦੇਣਾ। ਇੰਨੀ ਸਜ਼ਾ ਕਿਉਂ ਦਿੱਤੀ ਗਈ ਮਸੰਦਾਂ ਨੂੰ? ਗੁਰਮੁਖੋ, ਉਹ ਗੁਰੂ ਘਰ ਦੇ ਪੁਜਾਰੀ ਸਨ। ਗੁਰੂ ਘਰ ਦੀ ਮਾਇਆ ਜਿਹੜੀ ਆਉਂਦੀ ਸੀ ਉਹਨਾਂ ਕੋਲ ਆਉਂਦੀ ਸੀ। ਹੌਲੀ ਹੌਲੀ ਉਹਨਾਂ ਦਾ ਜੀਵਨ ਇੰਨਾ ਨਖਿੱਧ ਹੋ ਗਿਆ। ਸਿੱਖਾਂ ਨੂੰ ਤੰਗ ਕਰਨਾ, ਜ਼ਬਰਦਸਤੀ ਮਾਇਆ ਖੋਹਣੀ,
ਸ਼ਰਾਬਾਂ ਪੀਣੀਆਂ, ਬੁਰੇ ਤੋਂ ਬੁਰੇ ਕਰਮ ਉਹਨਾਂ ਨੇ ਕਰਨੇ, ਤੇ ਗੁਰੂ ਸਾਹਿਬ ਨੂੰ ਅਖੀਰ ਉਹ ਮਸੰਦ ਸਾੜਨੇ ਪਏ। ਪਾਤਸ਼ਾਹ ਕਹਿੰਦੇ ਇਦਾਂ ਨਹੀਂ ਖਤਮ ਹੋਣੇ, ਇਹ ਸਾੜਿਆਂ ਹੀ ਮੁੱਕਣੇ ਨੇ। ਅਨੰਦਪੁਰ ਸਾਹਿਬ ਅੱਜ ਵੀ ਖੂਹ ਹੈ ਜੀ, ਜਿੱਥੇ ਮਹਾਰਾਜ ਨੇ ਮਸੰਦ ਸਾੜੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਮਸੰਦ ਪ੍ਰਥਾ ਖਤਮ ਕਰ ਦਿੱਤੀ, ਖਾਲਸੇ ਨੂੰ ਖੁਦ ਮੁਖਤਿਆਰ ਬਣਾ ਦਿੱਤਾ। ਦੇਸਾਂ ਵਿਦੇਸਾਂ ਵਿੱਚ ਹਰ ਪਾਸੇ ਗੁਰੂ ਕੇ ਸਿੱਖਾਂ ਨੂੰ ਭੇਜ ਦਿੱਤਾ ਹੈ। ਦੋਹਰਾ ਅੰਮ੍ਰਿਤਸਰ ਪਟਣੇ ਵਿਖੇ ਜਹ ਜੈ ਗੁਰ ਨਿਜ ਠੋਰ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਵੇਂ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਸੇਵਾ ਨਿਭਾਉਂਦੇ ਰਹੇ, ਸ੍ਰੀ ਪਟਨਾ ਸਾਹਿਬ ਹੋਰ ਜਿੰਨੇ ਵੀ ਅਸਥਾਨ ਗੁਰੂ ਘਰ ਸਨ, ਧਰਮਸ਼ਾਲਾ ਸਨ, ਉੱਥੇ ਗੁਰੂ ਕੇ ਖਾਲਸੇ ਨੂੰ ਭੇਜ ਦਿੱਤਾ ਹੈ। ਜੰਗੀ ਭੇਜੇ ਮੁਖਤਿਆਰ ਕਰ, ਦਿਨਾਸਨ ਸਯੋ ਕਰ ਗੋਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਿੰਨੇ ਜਿੰਨੇ ਭੁਜੰਗੀ ਸਨ, ਭਾਵ ਗੁਰੂ ਕੇ ਸਿੱਖ ਸਨ, ਉਹਨਾਂ ਨੂੰ ਖੁਦ ਮੁਖਤਿਆਰ ਬਣਾ ਕੇ ਭੇਜ ਦਿੱਤਾ। ਬੜੇ ਧਿਆਨ ਦੇ ਨਾਲ ਉਹਨਾਂ ਤੇ ਮਿਹਰ ਕਰਕੇ, ਬਖਸ਼ਿਸ਼ ਕਰਕੇ, ਸਮਝਾ ਕੇ ਭੇਜਿਆ ਹੈ। ਸੋ ਪਈ ਦਈ ਪ੍ਰਵਾਨਗੀ ਸਭ ਗੁਰ ਟੋਰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਇੱਕ ਜਗ੍ਹਾ ਤੇ ਪ੍ਰਵਾਨਗੀ ਦੇ ਦਿੱਤੀ ਹੈ। ਖੰਡੇ ਪਾਹੁਲ ਮਿਲੇ ਖੁਦ ਤੋਰ। 5 ਸਿੰਘਾਂ ਨੂੰ ਹੁਕਮ ਦੇ ਦਿੱਤਾ, ਕਿਸੇ ਇਲਾਕੇ ਵਿੱਚ ਸਿੰਘ ਗਏ, 5 ਸਿੰਘਾਂ ਨੂੰ ਖੁਦ ਮੁਖਤਿਆਰੀ ਦੇ ਦਿੱਤੀ ਹੈ ਕਿ ਜਿੱਥੇ ਵੀ ਸੰਗਤ ਨੇ ਅੰਮ੍ਰਿਤ ਪਾਨ ਕਰਨਾ ਹੋਵੇ ਤੇ ਤੁਸੀਂ ਭਾਈ 5 ਸਿੰਘਾਂ ਨੇ ਮਿਲ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਦੇਣਾ ਹੈ। ਜਹ ਜੈ 5 ਭੁਜੰਗੀ ਹੋਏ। ਜਿੱਥੇ ਜਿੱਥੇ ਵੀ 5 ਪਿਆਰੇ ਇਕੱਤਰ ਹੁੰਦੇ ਹਨ, ਗੁਰਦੁਆਰੇ ਤੁਲ ਮਨ ਲਿਓ ਸੋਏ। ਸਾਧ ਸੰਗਤ ਜੀ ਉਹਨਾਂ ਨੂੰ ਗੁਰੂ ਦਾ ਸਰੂਪ ਜਾਣ ਕਰਕੇ, ਉਹਨਾਂ ਨੂੰ ਮੰਨ ਕੇ ਤੇ ਉਹਨਾਂ ਪਾਸੋਂ ਸੰਗਤ ਅੰਮ੍ਰਿਤ ਪਾਨ ਕਰਦੀ ਹੈ। 5 ਭੁਜੰਗੀ ਜਹ ਇਕੱਤਰ ਹੋਏ। ਤੇ ਜਿੱਥੇ ਵੀ ਕਹਿੰਦੇ 5 ਸਿੰਘ ਇਕੱਤਰ ਹੋ ਜਾਂਦੇ ਸਨ ਤੇ ਉਹ ਗੁਰੂ ਦਾ ਦਰ ਹੀ ਮੰਨ ਲਿਆ ਜਾਂਦਾ ਸੀਗਾ, ਕਿਉਂਕਿ ਹਜ਼ੂਰ ਨੇ ਕਿਹਾ ਸੀ ਪੰਚਨ ਮੈਂ ਮੇਰੋ ਨਿਜ ਵਾਸਾ, ਪੰਜਾਂ ਦੇ ਵਿੱਚ ਮੇਰਾ ਵਸ ਹੈ। ਤੇ ਉਹਨਾਂ 5 ਨੂੰ ਗੁਰੂ ਸਰੂਪ ਜਾਣ ਕੇ ਗੁਰਦੁਆਰਾ ਮੰਨ ਲਿਆ ਜਾਂਦਾ ਸੀ। ਤੇ ਜਿੱਥੇ ਵੀ ਭਾਈ 5 ਭੁਜੰਗੀ ਇਕੱਤਰ ਹੁੰਦੇ ਹਨ, ਬੇਸ਼ੱਕ ਪਾਹੁਲ ਕਰ ਪਵਾਏ ਸੋਏ। ਸਤਿਗੁਰਾਂ ਦਾ ਹੁਕਮ ਸੀ ਕਿ ਜਿੱਥੇ 5 ਭੁਜੰਗੀ ਇਕੱਤਰ ਹੋ ਜਾਣ, ਬੇਸ਼ੱਕ ਉਹ ਅੰਮ੍ਰਿਤ ਤਿਆਰ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਛਕਾ ਸਕਦੇ ਹਨ। 5 ਭੁਜੰਗੀਆਂ ਤੇ ਅਰਦਾਸ ਕਰਾਓ। ਇਸ ਤਰ੍ਹਾਂ ਜਦੋਂ ਵੀ ਗੁਰੂ ਕੇ ਸਿੱਖਾਂ ਨੇ ਅਰਦਾਸ ਕਰਾਣੀ ਹੋਵੇ ਤੇ 5 ਸਿੰਘਾਂ ਦੇ ਕੋਲੋਂ ਭਾਈ ਅਰਦਾਸ ਕਰਾਉਣੀ ਹੈ। ਜੋ ਮੰਗੇ ਸੋਈ ਫਲ ਪਾਓ। ਤੇ ਜੋ ਵੀ ਮੰਗੋ ਉਹੀ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਮਰਿਆਦਾ ਬਣਾਈ ਗਈ ਗੁਰੂ ਸਾਹਿਬ ਵੱਲੋਂ ਕਿ ਜਦੋਂ ਵੀ ਤੁਹਾਡਾ ਕੋਈ ਵੀ ਕਾਰਜ ਹੋਵੇ, ਤੁਹਾਡੀ ਕੋਈ ਵੀ ਇੱਛਾ ਹੋਵੇ, ਤੇ 5 ਸਿੱਖਾਂ ਦੇ ਕੋਲੋਂ ਅਰਦਾਸ ਬੇਨਤੀ ਕਰਾਓ। ਇਹ ਨਹੀਂ ਵੀ 1 2 3 ਵੀ ਜਾਂ 4 ਰੱਖ ਲਓ ਜਾਂ ਇਕੱਲੇ ਕੋਲੋਂ ਕਰਾ ਲਓ, ਇੱਦਾਂ ਨਹੀਂ। ਮਰਿਆਦਾ ਹੀ ਬਣਾਈ ਗਈ ਵੀ ਜਦੋਂ ਵੀ ਅਰਦਾਸ ਹੋਵੇ ਤੇ 5 ਸਿੰਘ ਅਰਦਾਸ ਕਰਨ ਇਕੱਤਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ। 5 ਦਾ ਕਿਹਾ ਮਹਾਰਾਜ ਕਦੇ ਨਹੀਂ ਮੋੜਦੇ, ਪਰ ਜਿਹੜੇ 5 ਹੋਣ ਉਹ ਵੀ ਤਿਆਰ ਬਰ ਤਿਆਰ ਹੋਣ, ਕੱਚੇ ਪਿੱਲੇ ਨਾ ਹੋਣ। ਤੇ ਨਾਲ ਫਿਰ ਕੜਾਹ ਪ੍ਰਸ਼ਾਦ ਤਿਆਰ ਕਰਕੇ ਤੇ ਆਨੰਦ ਸਾਹਿਬ ਜੀ ਦੇ ਸੰਪੂਰਨ 3 ਪਾਠ ਕਰਨੇ 40-40 ਪੌੜੀਆਂ ਦੇ। ਫਿਰ ਅਰਦਾਸ ਕਰਨੀ 5 ਸਿੰਘਾਂ ਕੋਲੋਂ, ਅਰਦਾਸ ਕਰਾ ਕੇ ਉਹਨਾਂ ਨੂੰ ਲੰਗਰ ਪਾਣੀ ਛਕਾ ਕੇ, ਗੱਫਾ ਛਕਾ ਕੇ ਉਹਨਾਂ ਕੋਲੋਂ ਅਰਦਾਸ ਕਰਾਉਣੀ ਹੈ। ਇਸ ਤਰ੍ਹਾਂ ਭਾਈ ਤੁਸੀਂ ਉਹਨਾਂ ਦੀ ਸੇਵਾ ਕਰਕੇ ਜੋ ਮੰਗੋਗੇ ਉਹ ਪ੍ਰਾਪਤ ਹੋਵੇਗਾ। ਪਰ ਇੱਕ ਮਰਿਆਦਾ ਦਾ ਪੱਖ ਜ਼ਰੂਰ ਯਾਦ ਰੱਖਣਾ ਚਾਹੀਦਾ। ਕਈ ਥਾਵਾਂ 'ਤੇ ਜਾਈਦਾ, ਸੇਵਾ ਕਰਨ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ। ਖਿਮਾ ਕਰਿਓ ਸ਼ਬਦ ਵਰਤਣਾ ਪਿਆ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ। ਕਈ ਥਾਵਾਂ 'ਤੇ ਕਹਿੰਦੇ ਜੀ ਆਪੇ ਪਾ ਲਓ ਤੇ ਆਪੇ ਹੀ ਛਕ ਲਓ। ਤੇ ਸੱਦੇ ਤਾਂ ਘਰ ਵਿੱਚ ਆਪਾਂ 5 ਸਿੰਘ ਨੇ ਸੇਵਾ ਵਾਸਤੇ, ਤੇ ਜੇ ਉਹਨਾਂ ਨੇ ਆਪੇ ਪਾ ਕੇ ਆਪੇ ਹੀ ਛਕਣਾ ਤੇ ਫਿਰ ਸੇਵਾ ਤੁਹਾਨੂੰ ਕੀ ਪ੍ਰਾਪਤ ਹੋਣੀ ਹੈ। ਹੱਥੀਂ ਸੇਵਾ ਕਰੋ ਉਹਨਾਂ ਦੀ ਪ੍ਰੇਮ ਦੇ ਨਾਲ। ਤੇ ਸਾਧ ਸੰਗਤ ਜੀ ਜਦੋਂ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਾਂਗੇ ਤਾਂ ਜਿਹੜਾ ਫਲ ਹੈ ਉਹ ਸਾਨੂੰ ਪ੍ਰਾਪਤ ਹੋਣਾ ਹੈ। ਹੱਥ ਧੁਆ ਕੇ, ਹੱਥ ਸੁੱਚੇ ਕਰਕੇ, ਪ੍ਰੇਮ ਦੇ ਨਾਲ ਉਹਨਾਂ ਨੂੰ ਲੰਗਰ ਛਕਾਉਣਾ, ਫਿਰ ਉਹਨਾਂ ਦੇ ਹੱਥ ਸੁੱਚੇ ਕਰਾਉਣੇ। ਕਈ ਆਖਦੇ ਜੀ ਬਾਬਾ ਜੀ ਸਾਹਮਣੇ ਟੂਟੀ ਲੱਗੀ ਉੱਥੋਂ ਹੀ ਧੋ ਆਓ ਜਾ ਕੇ। ਤੇ ਫਿਰ ਤੁਹਾਨੂੰ ਸੇਵਾ ਕਿੱਥੋਂ ਮਿਲ ਗਈ? ਬਾਬਾ ਜੀ ਤਾਂ ਟੂਟੀ ਤੇ ਧੋ ਆਉਣਗੇ, ਉਹ ਤਾਂ ਫਿਰ ਉੱਥੇ ਹੱਥ ਧੋ ਕੇ ਆ ਕੇ ਬਹਿ ਜਾਣਗੇ, ਤੇ ਤੁਹਾਨੂੰ ਸੇਵਾ ਕਾਹਦੀ ਪ੍ਰਾਪਤ ਹੋਣੀ ਹੈ? ਮਹਾਂਪੁਰਖ ਬਾਬਾ ਅਤਰ ਸਿੰਘ ਨੂੰ ਪਟਿਆਲੇ ਦੇ ਰਾਜੇ ਨੇ ਸੱਦਿਆ। ਰਾਹ ਵਿੱਚੋਂ ਆਉਂਦਿਆਂ ਕੋਈ ਉਹਨਾਂ ਨੂੰ ਲੰਗੜਾ ਮਿਲਿਆ, ਗਰੀਬ ਮਿਲਿਆ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮਿਲਿਆ ਨਾ, ਸਭ ਨੂੰ ਨਾਲ ਹੀ ਲੈ ਆਏ। ਜਦੋਂ ਇੱਥੇ ਪਟਿਆਲੇ ਪਹੁੰਚੇ, ਕਹਿੰਦੇ ਜੀ ਲੰਗਰ
ਮਹਾਂਪੁਰਸ਼ੋ ਤੁਸੀਂ ਛਕ ਲਓ। ਕਹਿੰਦੇ ਨਹੀਂ ਵੀ ਇਹਨਾਂ ਨੂੰ ਛਕਾਓ ਪਹਿਲਾਂ। ਕਹਿੰਦੇ ਮਹਾਂਪੁਰਸ਼ੋ ਕੋਈ ਨਹੀਂ, ਇਹਨਾਂ ਨੂੰ ਬਾਅਦ 'ਚ ਛਕਾ ਦਿੰਦੇ ਆ, ਤੁਹਾਡਾ ਹੁਕਮ ਸਿਰ ਮੱਥੇ, ਵੀ ਪਹਿਲਾਂ ਤੁਸਾਂ ਛਕ ਲਓ। ਕਹਿੰਦੇ ਨਹੀਂ ਅਸੀਂ ਨਹੀਂ ਛਕਣਾ, ਪਹਿਲਾਂ ਇਹਨਾਂ ਨੂੰ ਛਕਾਓ। ਕਹਿੰਦੇ ਮਹਾਰਾਜ ਸੱਦਿਆ ਤਾਂ ਤੁਹਾਨੂੰ ਸੀ। ਕਹਿੰਦੇ ਸੱਦਿਆ ਤਾਂ ਸਾਨੂੰ ਸੀ, ਪਰ ਲੰਗਰ ਬਣਾਇਆ ਕਿਹਨੇ ਹੈ? ਕਹਿੰਦੇ ਜੀ ਸੇਵਕਾਂ ਨੇ। ਕੋਈ ਗੱਲ ਨਹੀਂ, ਫਿਰ ਇਹਨਾਂ ਨੂੰ ਛਕਾ ਦਿਓ। ਤੁਸੀਂ ਸਾਨੂੰ ਸੱਦਿਆ ਲੰਗਰ ਛਕਣ ਵਾਸਤੇ, ਸਾਡੀ ਸੇਵਾ ਵਾਸਤੇ, ਪਰ ਲੰਗਰ ਤੁਸੀਂ ਆਪ ਤਾਂ ਬਣਾਇਆ ਨਹੀਂ, ਲੰਗਰ ਉਹਨਾਂ ਨੇ ਬਣਾ ਦਿੱਤਾ। ਕੋਈ ਨਹੀਂ ਅਸੀਂ ਵੀ ਛਕ ਲਵਾਂਗੇ, ਇਹਨਾਂ ਨੂੰ ਵੀ ਛਕਾ ਦਿਓ ਭਾਈ। ਫਿਰ ਉਹਨਾਂ ਨੇ ਆਪਣੇ ਹੱਥੀਂ ਲੰਗਰ ਤਿਆਰ ਕੀਤਾ, ਮਹਾਂਪੁਰਸ਼ਾਂ ਨੂੰ ਛਕਾਇਆ ਮਰਿਆਦਾ ਦੇ ਨਾਲ। ਲੰਗਰ ਛਕਾ ਕੇ ਫਿਰ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਨਾਲੇ ਲੰਗਰ ਜਦੋਂ ਵੀ ਪੰਜ ਸਿੰਘ ਛਕਣ ਤੇ ਹੇਠਾਂ ਬਹਿ ਕੇ ਪਹਿਲਾਂ ਅਰਦਾਸ ਕਰਕੇ, ਅਰਦਾਸ ਬੇਨਤੀ ਕਰਕੇ ਲੰਗਰ ਛਕਣ ਤੇ ਉਪਰੰਤ ਫਿਰ ਚੋਲਾ ਪੜ੍ਹਨ, ਫਿਰ ਉਹਨਾਂ ਦੀ ਅਰਦਾਸ ਕਰਨ ਜਿਨ੍ਹਾਂ ਨੇ ਲੰਗਰ ਭਾਈ ਛਕਾਇਆ। ਇਹ ਮਰਜ਼ਾਦਾ ਲੰਗਰ ਛਕਣ ਵਾਲਿਆਂ ਨੂੰ ਤੇ ਲੰਗਰ ਛਕਾਉਣ ਵਾਲਿਆਂ ਨੂੰ ਦੋਨਾਂ ਨੂੰ ਸਮਝਣੀ ਚਾਹੀਦੀ ਹੈ। ਛਕਣ ਵਾਲੇ ਵੀ ਬਾਣੀ ਪੜ੍ਹਨ ਜਿਨ੍ਹਾਂ ਦੇ ਘਰ ਤੋਂ ਲੰਗਰ ਛਕ ਕੇ ਆਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪੰਜ ਸਿੰਘਾਂ ਦੀ ਸੇਵਾ ਕਰਕੇ ਅਰਦਾਸ ਕਰਾਓ, ਜੋ ਮੰਗੋਗੇ ਉਹ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਗੁਰਦੁਆਰਨ ਚੜਾਵੇ ਸਿੰਘ ਹੀ ਖਾਏ। ਤੇ ਗੁਰੂ ਘਰਾਂ ਦਾ ਜਿਹੜਾ ਚੜਾਵਾ ਉਹ ਕੇਵਲ ਮੇਰਾ ਖਾਲਸਾ ਹੀ ਛਕੇਗਾ। ਗੁਰੂ ਘਰ ਜਿਹੜੀ ਮਾਇਆ ਆਉਂਦੀ ਹੈ, ਇਸ ਮਾਇਆ ਉੱਪਰ ਕੇਵਲ ਤਾਂ ਕੇਵਲ ਮੇਰੇ ਗੁਰੂ ਕੇ ਸਿੱਖਾਂ ਦਾ ਹੀ ਹੱਕ ਹੈ, ਕੋਈ ਦੂਜਾ ਨਹੀਂ ਲੈ ਸਕਦਾ। ਜਿਵੇਂ ਮਾਤਾ ਗੁਜਰੀ ਜੀ ਨੇ ਇਹ ਬਚਨ ਆਉਂਦਾ ਹੈ ਨਾ, ਕਈ ਕਹਿੰਦੇ ਜੀ ਵੀ ਮਾਤਾ ਨੇ ਵਾਰਨਾ ਕਰ ਦਿੱਤਾ, ਇਹ ਨਹੀਂ ਹੋ ਸਕਦਾ। ਮਾਤਾ ਦੀ ਭਾਵਨਾ ਸੀ, ਖੈਰ ਕਰ ਦਿੱਤਾ ਉਹਨਾਂ ਨੇ। ਕੁਝ ਪਦਾਰਥ ਤੇਲ ਸੀਗਾ, ਲੂਣ ਸੀ, ਹੋਰ ਰਸਤਾਂ ਬਸਤਾਂ ਦਾਲਾਂ ਆਦਿ ਕੋ ਗੁਰੂ ਸਾਹਿਬ ਤੋਂ ਵਾਰ ਕੇ ਨਾ ਮਾਤਾ ਗੁਜਰੀ ਨੇ ਤੇ ਸਾਧ ਸੰਗਤ ਤੋਂ ਪੰਡਤਾਂ ਨੂੰ ਦੇ ਦਿੱਤੀਆਂ। ਤੇ ਜਦੋਂ ਦਰਬਾਰ ਚੋਂ ਨਿਕਲਣ ਲੱਗੇ ਤੇ ਅੱਗੇ ਸਿੰਘ ਖੜੇ ਸਨ, ਉਹਨਾਂ ਨੇ ਖੋਹ ਲਈਆਂ। ਆਖਣ ਲੱਗੇ ਪੰਡ ਬਣ ਕੇ ਕਿੱਥੇ ਲੈ ਕੇ ਚੱਲੇ ਹੋ? ਉਹ ਕਹਿਣ ਲੱਗੇ ਵੀ ਮਾਤਾ ਜੀ ਨੇ ਦਿੱਤਾ, ਵੀ ਗੁਰੂ ਸਾਹਿਬ ਤੋਂ ਉਹਨਾਂ ਨੇ ਨਿਸ਼ਾਵਰ ਕਰਕੇ ਵੀ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ। ਸਿੰਘਾਂ ਨੇ ਖੋਹ ਲਿਆ ਸਾਰਾ ਕੁਝ। ਕਹਿੰਦੇ ਨਾ, ਇਹ ਦਰਬਾਰ ਚੋਂ ਬਾਹਰ ਨਹੀਂ ਜਾਏਗਾ, ਇਹਦੇ ਉੱਤੇ ਸਾਡਾ ਹੱਕ ਹੈ। ਸੀਸ ਅਸੀਂ ਦਿੱਤਾ, ਗੁਰੂ ਨੂੰ ਤੁਸੀਂ ਥੋੜ੍ਹਾ ਦਿੱਤਾ। ਉਹਨਾਂ ਸਾਨੂੰ ਦਿੱਤਾ ਸਾਰਾ ਕੁਝ, ਅਸਾਂ ਆਪਣੇ ਗੁਰੂ ਨੂੰ ਨਿਸ਼ਾਵਰ ਕਰ ਦਿੱਤਾ। ਗੁਰੂ ਨਾਨਕ ਸਾਹਿਬ ਦੇ ਘਰ ਦਾ ਜੋ ਕੁਝ ਵੀ ਹੈ, ਜਿਹੜਾ ਗੁਰੂ ਦਾ ਹੈ, ਉਹ ਗੁਰੂ ਕੇ ਖਾਲਸੇ ਦਾ ਹੈ। ਅਸਾਂ ਇੱਥੋਂ ਬਾਹਰ ਨਹੀਂ ਜਾਣ ਦੇਣਾ। ਸਿੰਘਾਂ ਨੇ ਖੋਹ ਲਿਆ ਸਾਰਾ ਕੁਝ। ਤੇ ਤਾਂ ਹੀ ਤਾਂ ਬਚਨ ਵੀ ਲਿਖਿਆ ਨਾ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ, ਖੋਜ ਰੋਜ਼ ਕੇ ਹੇਤ ਲੱਗ ਦਇਓ ਮਿਸ਼ਰ ਜੂ ਰੋਏ, ਪੰਡਤ ਰੋ ਪਏ ਮਾਤਾ ਕੋਲ ਆ ਕੇ, ਵੀ ਖੋਹ ਲਿਆ ਸਾਰਾ ਕੁਝ। ਮਾਤਾ ਜੀ ਨੂੰ ਵੀ ਗੁੱਸਾ ਲੱਗਿਆ, ਜਾ ਕੇ ਕਹਿਣ ਲੱਗੇ ਮਹਾਰਾਜ ਤੁਹਾਡੇ ਸਿੰਘ, ਮੈਂ ਉਹਨਾਂ ਨੂੰ ਕੁਝ ਪਦਾਰਥ ਦਿੱਤੇ ਸਨ, ਉਹਨਾਂ ਸਾਰਾ ਕੁਝ ਖੋਹ ਲਿਆ। ਗੁਰੂ ਸਾਹਿਬ ਨੇ ਸਿੰਘਾਂ ਨੂੰ ਸੱਦਿਆ, ਭਾਈ ਕਿਉਂ ਖੋਇਆ? ਕਹਿੰਦੇ ਸਤਿਗੁਰੂ ਜੀ ਸੀਸ ਅਸਾਂ ਦਿੱਤਾ, ਪੰਡਤਾਂ ਨੇ ਥੋੜ੍ਹਾ ਦਿੱਤਾ। ਤੁਸੀਂ ਆਪੇ ਤਾਂ ਕਹਿੰਦੇ ਹੋ ਵੀ ਜੋ ਸਾਡਾ ਆ ਉਹ ਖਾਲਸੇ ਦਾ ਹੈ। ਜਿਹੜੀ ਵਸਤੂ ਤੁਹਾਡੀ ਹੈ ਉਹ ਅਸੀਂ ਇਹਨਾਂ ਨੂੰ ਨਹੀਂ ਦੇਣ ਦੇਣੀ। ਹਾਂ, ਬਾਕੀ ਤੁਸੀਂ ਇਹਨਾਂ ਨੂੰ ਰਾਜ ਦੇ ਦਿਓ, ਮਾਇਆ ਦੇ ਦਿਓ, ਪਦਾਰਥ ਦੇ ਦਿਓ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਤੁਹਾਡੇ ਦਰ ਦਾ ਹੈ, ਜਿਹੜੀਆਂ ਤੁਹਾਡੀਆਂ ਬਖਸ਼ਿਸ਼ਾਂ ਨੇ ਪਾਤਸ਼ਾਹ ਜੀ, ਉਹ ਇਸ ਦਰ ਤੋਂ ਬਾਹਰ ਨਹੀਂ ਜਾਣਗੀਆਂ, ਉਹ ਖਾਲਸੇ ਦੀਆਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਉਹ ਜਿਹੜੇ ਬਚਨ ਵੀ ਉੱਥੇ ਉਚਾਰਨ ਕੀਤੇ ਸਨ। ਜਦੋਂ ਆਪਾਂ ਸਵਈਏ ਪੜ੍ਹਦੇ ਹਾਂ ਤੇ ਸਵਈਆਂ ਦੇ ਵਿੱਚ ਸਤਿਗੁਰਾਂ ਦੇ ਬਚਨ ਸ਼ਿਸ਼ੋਭਤ ਨੇ। ਇਹ ਬਚਨ ਉਦੋਂ ਉਚਾਰਿਆ ਸੀ, ਨਹੀਂ ਕੀ ਕਿਰਪਾ ਕੇ ਸਜੇ ਹੈ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਉਹ ਬਚਨ ਮਹਾਰਾਜ ਨੇ ਉਦੋਂ ਉਚਾਰਨ ਕੀਤੇ ਸਨ। ਇਸ ਕਰਕੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਚੜਾਵਾ, ਜਿਹੜੀ ਮਾਇਆ, ਜਿਹੜੇ ਪਦਾਰਥ ਨੇ, ਉਹ ਕੇਵਲ ਗੁਰੂ ਕੇ ਸਿੰਘ ਹੀ ਛਕਣਗੇ। ਜੇ ਬਚ ਰਹੇ ਤੋ ਮੈਂ ਪਹੁੰਚਾਏ। ਸਤਿਗੁਰੂ ਕਹਿੰਦੇ ਗੁਰੂ ਕੇ ਸਿੰਘੋ, ਕਿਸੇ ਵੀ ਇਲਾਕੇ ਵਿੱਚ ਜਾਓ, ਉੱਥੋਂ ਦੀ ਮਾਇਆ, ਉੱਥੋਂ ਦੀ ਸੰਗਤ ਛਕੇਗੀ, ਸੰਗਤ ਵਰਤੇਗੀ। ਜਿਹੜੀ ਮਾਇਆ ਬਚ ਜੇਗੀ, ਉਹ ਮਾਇਆ ਤੁਸੀਂ ਅਨੰਦਪੁਰ ਸਾਹਿਬ ਭੇਜ ਦੇਣੀ ਹੈ। ਚਿੱਠੇ ਵੱਲ ਸੰਗਤ ਘੱਲ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ 4 ਚੁਫੇਰੇ ਸੰਗਤਾਂ ਵੱਲ ਚਿੱਠੀਆਂ ਭੇਜ ਦਿੱਤੀਆਂ ਹਨ। ਖੰਡੇ ਪੌਲ ਲਿਓ ਆਏ ਚੱਲ। ਹੁਕਮ ਹੋਇਆ ਕਿ ਸਾਰੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਭਾਈ। ਸਤਿਗੁਰਾਂ ਦਾ ਹੁਕਮ ਮੰਨ ਕੇ ਸੰਗਤਾਂ ਨੇ ਆ ਕੇ ਅੰਮ੍ਰਿਤ ਪਾਨ ਕੀਤਾ ਹੈ। ਪੌਲ ਪੀ ਹੋਵੇ ਤੇਜ ਧਾਰੀ। ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਕਾ ਖਾਲਸਾ ਤੇਜ ਧਾਰੀ ਹੋਣ ਲੱਗ ਪਿਆ। ਬਹੁਤ ਤੁਰਕਨ
ਤੁਰਕਨ ਕੋ ਅਬ ਤੁਮ ਮਾਰੀ। ਸਤਿਗੁਰੂ ਕਹਿਣ ਲੱਗੇ ਭਾਈ ਹੁਣ ਤੁਸੀਂ ਤੇਜ ਧਾਰੀ ਹੋ ਗਏ ਹੋ, ਜਾਓ ਜਾ ਕੇ ਤੁਰਕਾਂ ਨੂੰ ਮਾਰ ਲਓ, ਉਹਨਾਂ ਦਾ ਰਾਜ ਭਾਗ ਖੋਹ ਲਓ। ਖੰਡੇ ਪਾਹਰ ਮੈਂ ਭਈ ਅਬ ਕਲਾ। ਸਤਿਗੁਰੂ ਕਹਿੰਦੇ ਹੁਣ ਖੰਡੇ ਦੀ ਪੌਲ ਕਰਕੇ ਤੁਹਾਡੇ ਵਿੱਚ ਕਲਾ ਪੈਦਾ ਹੋ ਗਈ ਹੈ। ਤੁਰਕ ਜਾਓਗ ਨਟ ਪੰਥ ਅਟਲਾ। ਤੁਹਾਡੇ ਤੇਜ ਪ੍ਰਤਾਪ ਦੇ ਸਾਹਮਣੇ ਤੁਰਕ ਨੱਠ ਜਾਣਗੇ। ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਸਾਰ, ਡੰਕਾ ਬਾਜ ਫਤਿਹ ਕਾ ਨੇ ਕਲੰਕ ਅਵਤਾਰ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ। ਝੂਠ ਦਾ ਪਸਾਰਾ ਜਿਹੜਾ ਸੀ ਨਾ, ਕੂੜ ਦਾ ਪ੍ਰਚਾਰ ਕਰਕੇ ਤੁਰਕਾਂ ਦੀ ਮਲੇਸ਼ਾਂ ਦੀ ਸਫਾ ਉੱਠ ਗਈ। ਉਥੇ ਨੇਕਲੰਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਤਿਹ ਦਾ ਡੰਕਾ ਵਜਾ ਦਿੱਤਾ। ਇਸ ਕਰਕੇ ਹੁਕਮ ਹੋਇਆ ਕਿ ਭਾਈ ਤੁਰਕਨ ਜਿਹੜੇ ਨੇ ਨੱਠ ਜਾਣਗੇ ਤੇ ਮੇਰਾ ਪੰਥ ਜੁਗੋ ਜੁਗ ਅਟਲ ਰਹੇਗਾ, ਸਦਾ ਰਹੇਗਾ। ਦੋਹਰਾ ਸਤਿਗੁਰੂ ਕੀਨੇ ਬਚਨ ਜੋ ਸੋ ਲਏ ਮਝੈਲਨ ਮਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਹਨ, ਗੁਰੂ ਕੇ ਖਾਲਸੇ ਨੇ ਸਾਰੇ ਸਿੱਖਾਂ ਨੇ ਮੰਨ ਲਏ ਹਨ। ਮੋਰਨ ਬੇਜਿਨ ਕਿਨ ਮਨੇ ਪਏ ਭਾਗ ਉਨ ਧਨ। ਮਾਝੇ ਦੇ ਸਿੱਖਾਂ ਨੇ ਹੁਕਮ ਮੰਨ ਲਿਆ। ਹੋਰ ਜਿਹੜੇ ਵੀ ਇਲਾਕਿਆਂ ਵਿੱਚੋਂ ਸੰਗਤਾਂ ਆਈਆਂ ਸਨ, ਸਭ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ ਹੈ। ਤੇ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਲਿਆ, ਉਹ ਧੰਤਾ ਦੇ ਯੋਗ ਹੋ ਗਏ ਹਨ। ਇਮ ਖਾਲਸੇ ਪੰਥ ਭਇਓ ਉਤਪੰਨ। ਇਸ ਪ੍ਰਕਾਰ ਖਾਲਸਾ ਪੰਥ ਪ੍ਰਗਟ ਹੋ ਗਿਆ ਹੈ, ਖਾਲਸੇ ਦੀ ਉਤਪਤੀ ਹੋਈ ਹੈ। ਸਤਿਗੁਰੂ ਬੋ ਹੋਏ ਪ੍ਰਸੰਨ। ਇਸ ਤਰ੍ਹਾਂ ਖਾਲਸੇ ਨੂੰ ਵੱਧਦਾ ਫੁੱਲਦਾ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੁੰਦੇ ਨੇ, ਜਿਵੇਂ ਮਾਤਾ ਆਪਣੇ ਵੱਧਦੇ ਫੁੱਲਦੇ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਸ਼ਸਤਰ ਫੜਾਵੇਂ। ਗੁਰੂ ਮਹਾਰਾਜ ਆਪਣੇ ਖਾਲਸੇ ਨੂੰ ਸ਼ਸਤਰ ਫੜਾਉਂਦੇ ਹਨ। ਭਾਂਤ ਪੁਸ਼ਾਕ ਪਹਿਰਾਵੇਂ। ਭਾਂਤ ਭਾਂਤ ਪ੍ਰਕਾਰ ਦੀਆਂ ਪੁਸ਼ਾਕਾਂ ਜਿਹੜੀਆਂ ਗੁਰੂ ਕੇ ਖਾਲਸੇ ਨੂੰ ਪਹਿਨਾਉਂਦੇ ਹਨ। ਸੁੰਦਰ ਨੀਲੇ ਬਾਣੇ ਗੁਰੂ ਕੇ ਖਾਲਸੇ ਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰ ਬਹਿ ਮੰਜੀ ਢਹਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਵਿਚਕਾਰ ਸਿੰਘਾਂ ਦੇ ਮੰਜੀ ਢਾਹ ਕੇ ਬਿਰਾਜਮਾਨ ਹੁੰਦੇ ਨੇ, ਤਖਤ ਲਾ ਕੇ ਬਹਿੰਦੇ ਹਨ। ਗੁਰੂ ਸਾਹਿਬ ਜੀ ਦੇ ਚਾਰ ਚਫੇਰੇ ਸ਼ਸਤਰ ਪਕੜ ਕੇ ਸਿੰਘ ਤਿਆਰ ਬਰ ਤਿਆਰ ਹੋ ਕੇ ਖੜਦੇ ਹਨ। ਗੋਪਨ ਮਦ ਕਾਨ ਬਿਰਾਜੈ। ਜਿਵੇਂ ਗਵਾਲਿਆਂ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਬੈਠੇ ਹੋਏ ਸ਼ੋਭਦੇ ਨੇ, ਚਾਰ ਚਫੇਰੇ ਗਵਾਲੇ ਤੇ ਵਿਚਕਾਰ ਕ੍ਰਿਸ਼ਨ ਜੀ ਬਹਿੰਦੇ ਹਨ। ਸਤਿਗੁਰ ਸਿੰਘਨ ਮਦ ਛਾਜੈ। ਇਨ ਬਿਨ ਇਸੇ ਪ੍ਰਕਾਰ ਸਿੰਘਾਂ ਦੇ ਵਿਚਕਾਰ ਗੁਰੂ ਸਾਹਿਬ ਜੀ ਬਿਰਾਜਦੇ ਸ਼ੋਭਦੇ ਨੇ। ਚਾਰ ਚਫੇਰੇ ਸਨੱਧ ਬੱਧ ਸ਼ਸਤਰ ਧਾਰੀ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਖਲੋਤਾ ਹੁੰਦਾ ਹੈ। ਸਿੰਘਾਂ ਨੂੰ ਦੌੜਾ ਕੇ ਕਵੈਦ ਕਰਾਉਂਦੇ ਨੇ, ਪਰੇਡ ਕਰਾਉਂਦੇ ਨੇ ਸਿੰਘਾਂ ਦੀ ਹਰ ਰੋਜ਼। ਕਦੀ ਸਿੰਘਾਂ ਨੂੰ ਚਾਰ ਚਫੇਰੇ ਖੜਾ ਕਰਕੇ ਨਾ ਉਹਨਾਂ ਦੇ ਵਿਚਕਾਰ ਉਹਨਾਂ ਤੇ ਕਿਰਪਾ ਦੀ ਦ੍ਰਿਸ਼ਟੀ ਪਾਉਂਦੇ ਨੇ, ਵੇਖਦੇ ਨੇ ਵੀ ਕਿਹੜਾ ਬਲ ਧਾਰੀ ਸਿੰਘ ਕਿਸ ਪ੍ਰਕਾਰ ਦਾ ਜੰਗ ਕਰੇਗਾ, ਕਿਹੋ ਜਿਹਾ ਸ਼ਸਤਰ ਧਾਰੇਗਾ ਤੇ ਕਿਹੋ ਜਿਹਾ ਸ਼ਸਤਰ ਇਹ ਚਲਾ ਸਕਦਾ, ਉਹਨਾਂ ਦੀ ਪਰਖ ਕਰਦੇ ਹਨ। ਕਿਸੇ ਨੂੰ ਬਿਠਾ ਦਿੰਦੇ ਨੇ ਤੇ ਕਿਸੇ ਨੂੰ ਕਹਿੰਦੇ ਭਾਈ ਉੱਠ ਜਾ ਕੇ ਦੌੜ ਲਾ ਕੇ ਆ। ਕਿਸੇ ਬੈਠੇ ਨੂੰ ਉਠਾ ਦਿੰਦੇ ਨੇ ਤੇ ਕਿਸੇ ਨੂੰ ਦੌੜ ਲਾਉਣ ਦਾ ਹੁਕਮ ਦਿੰਦੇ ਹਨ। ਕਿਸੇ ਦੇ ਹੱਥ ਦੇ ਵਿੱਚ ਮੋਟੇ ਮੋਟੇ ਸਲੋਤਰ ਪਕੜਾ ਦਿੰਦੇ ਨੇ, ਭਾਈ ਇਹ ਸਲੋਤਰ ਚਲਾਓ, ਤੁਰਕਾਂ ਦਾ ਸਿਰ ਇਹਦੇ ਨਾਲ ਹੀ ਭੰਨਣਾ ਹੈ। ਇਸ ਤਰ੍ਹਾਂ ਸਿੰਘਾਂ ਦੇ ਦੋ ਦੋ ਜੋਟੇ ਬਣਾ ਦਿੰਦੇ ਨੇ, ਆਪਸ ਵਿੱਚ ਉਹਨਾਂ ਨੂੰ ਜੰਗ ਕਰਨ ਦਾ ਹੁਕਮ ਦਿੰਦੇ ਹਨ। ਖੁੱਲੀਆਂ ਜਿਹੜੀਆਂ ਵਾਹਣਾਂ ਹੁੰਦੀਆਂ ਨੇ, ਖੁੱਲੇ ਖੇਤ ਹੁੰਦੇ ਨਾ, ਉਹਨਾਂ ਦੇ ਵਿੱਚ ਮਹਾਰਾਜ ਜੀ ਆਪ ਜਾ ਕੇ ਖਲੋ ਜਾਂਦੇ ਹਨ। ਸਿੰਘਾਂ ਨੂੰ ਹੁਕਮ ਦਿੰਦੇ ਵੀ ਇਥੋਂ ਢੀਮਾਂ ਜਿਹੜੀਆਂ ਕੱਚੀਆਂ ਰੋੜੇ ਹੁੰਦੇ ਨੇ, ਕੱਚੀਆਂ ਇੱਟਾਂ ਕਹਿ ਲਓ, ਕੱਚੇ ਰੋੜੇ ਕਹਿ ਲਓ, ਹੁਕਮ ਹੁੰਦਾ ਵੀ ਇਹ ਚੁੱਕ ਚੁੱਕ ਕੇ ਇੱਕ ਦੂਜੇ ਨੂੰ ਮਾਰੋ, ਆਪਸ ਵਿੱਚ ਯੁੱਧ ਦਾ ਅਭਿਆਸ ਕਰੋ। ਸੋਚੀ ਖੇਡੈ ਸਿੰਘ ਜਿਮ ਜੜੈ ਅੜੈ ਸੋ ਕਲਾਹੇ। ਸੌਂਚੀ ਇੱਕ ਪੁਰਾਣੀ ਖੇਡ ਸੀ, ਜਿਵੇਂ ਅੱਜ ਕੱਲ ਕਬੱਡੀ ਖੇਡਦੇ ਨੇ, ਇਦਾਂ ਹੀ ਉਹ ਖੇਡਦੇ ਹੁੰਦੇ ਸਨ। ਇੱਕ ਦੂਜੇ ਨਾਲ ਅੜਨਾ ਤੇ ਅੜ ਕੇ ਘੁਲਣਾ ਇੱਕ ਦੂਜੇ ਨਾਲ। ਤੇ ਗੁਰੂ ਸਾਹਿਬ ਜੀ ਇਨ ਬਿਨ ਇਸੇ ਪ੍ਰਕਾਰ ਕਹਿੰਦੇ ਜਿਹੜੀ ਖੇਡ ਹੈ ਉਹ ਸਿੰਘਾਂ ਕੋਲੋਂ ਖੜਵਾਉਂਦੇ ਹਨ ਤੇ ਸਿੰਘ ਇੱਕ ਦੂਜੇ ਦੇ ਨਾਲ ਅੜਦੇ ਨੇ, ਘੁਲਦੇ ਹਨ। ਸਤਿਗੁਰੂ ਦੇਖ ਖੁਸ਼ੀਆਂ ਕਰੈ
ਦੇ ਮੁਲਕ ਜਗੀਰੇ ਲਾਏ। ਸਿੰਘਾਂ ਨੂੰ ਘੁਲਦਿਆਂ ਵੇਖ ਕੇ, ਸ਼ਸਤਰ ਅਭਿਆਸ ਕਰਦਿਆਂ ਵੇਖ ਕੇ ਮਹਾਰਾਜ ਉਹਨਾਂ ਤੇ ਬੜੀਆਂ ਖੁਸ਼ੀਆਂ ਕਰਦੇ ਨੇ ਤੇ ਉਹਨਾਂ ਨੂੰ ਜਗੀਰਾਂ ਲਾਉਂਦੇ ਨੇ। ਤੂੰ 20,000 ਸਿੱਖ, ਤੂੰ 30,000, ਤੂੰ 50,000 ਸਿੱਖ, ਤੂੰ ਬਾਦਸ਼ਾਹ ਬਣੇਗਾ, ਤੂੰ ਪਾਤਸ਼ਾਹ ਬਣੇਗਾ। ਇਦਾਂ ਉਹਨਾਂ ਨੂੰ ਬਖਸ਼ਿਸ਼ਾਂ ਕਰਦੇ, ਜਗੀਰਾਂ ਲਾਉਂਦੇ ਹਨ। ਹੋ ਪਈ ਸਤਿਗੁਰ ਕਹਿਓ ਮੁਖੋ ਮੰਗੋ ਜਗੀਰਾ। ਸਤਿਗੁਰੂ ਜੀ ਇੱਕ ਦਿਨ ਪ੍ਰਸੰਨ ਹੋ ਗਏ ਖਾਲਸੇ ਤੇ ਆਪਣੇ ਮੁਖਾਰਬਿੰਦ ਰਾਹੀਂ ਕਹਿਣ ਲੱਗੇ ਕਿ ਭਾਈ ਸਾਡੇ ਕੋਲੋਂ ਜਗੀਰਾਂ ਮੰਗ ਲਓ। ਮਿਲਕ ਮੁਲਕ ਤਮੋਗ ਸੋ ਵੀਰਾ। ਐ ਸੂਰਮਿਓ ਜਿਹੜਾ ਜਿਹੜਾ ਇਲਾਕਾ ਮੰਗੋਗੇ, ਜਿਹੜਾ ਦੇਸ਼ ਮੰਗੋਗੇ, ਜਿਹੜੀ ਵਲਾਇਤ ਮੰਗੋਗੇ ਨਾ, ਜੋ ਜੋ ਮੰਗ ਕਰੋਗੇ ਤੁਹਾਡੀ ਝੋਲੀ ਪਾ ਦਿਆਂਗਾ। ਜੈ ਜੈ ਤੁਮਰੋ ਮਨ ਪਤਿਆਏ। ਜਿੱਥੇ ਜਿੱਥੇ ਤੱਕ ਤੁਹਾਡਾ ਮਨ ਪਤੀਜਦਾ, ਮਨ ਖੁਸ਼ ਹੁੰਦਾ ਹੈ, ਸੋ ਸੋ ਤੁਮ ਦਿਆਗ ਲਾਏ। ਉਸ ਜਗ੍ਹਾ ਦਾ ਰਾਜ ਭਾਗ ਮੈਂ ਤੁਹਾਡੇ ਨਾਂ ਲਾ ਦਿਆਂਗਾ, ਤੁਹਾਨੂੰ ਉਹ ਪਾਤਸ਼ਾਹੀਆਂ ਦੇ ਦਿਆਂਗਾ। ਸੁਨਤ ਬਚਨ ਗਿਰ ਨੇਰੇ ਪਏ। ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਨਾ ਸਿੰਘ ਨੇੜੇ ਜੀ ਡਿੱਗ ਪਏ ਹਨ। ਜਹ ਪੰਜਾਬ ਅਬ ਹਮ ਮਲ ਲਏ। ਕਹਿੰਦੇ ਮਹਾਰਾਜ ਪੰਜਾਬ ਹੀ ਠੀਕ ਹੈ, ਆਪਾਂ ਹੈ ਵੀ ਪੰਜਾਬ 'ਚ ਹੀ ਆ ਨਾ। ਗੁਰੂ ਸਾਹਿਬ ਕਹਿੰਦੇ ਵੀ ਵਿਲਾਇਤ ਮੰਗ ਲਓ, ਦੇਸ਼ ਵਿਦੇਸ਼ ਮੰਗ ਲਓ, ਜਿਹੜਾ ਇਲਾਕਾ ਕਹੋਗੇ ਤੁਹਾਨੂੰ ਦੇ ਦਿਆਂਗੇ। ਤਰੁੱਠ ਪਏ ਖਾਲਸੇ ਤੇ ਸਿੰਘ ਨੇੜੇ ਜੀ ਡਿੱਗ ਪਏ। ਕਹਿੰਦੇ ਮਹਾਰਾਜ ਪੰਜਾਬ ਹੀ ਮੰਨ ਲੈਨੇ, ਆਪਾਂ ਨੂੰ ਪੰਜਾਬ ਹੀ ਠੀਕ ਹੈ। ਸਤਿਗੁਰ ਕਹਿਓ ਮੰਗੋ ਦੇਸ਼ ਭਲ ਦੱਖਣ। ਗੁਰੂ ਸਾਹਿਬ ਜੀ ਕਹਿੰਦੇ ਸਿੰਘੋ ਕੋਈ ਦੱਖਣ ਦਾ ਇਲਾਕਾ ਮੰਗ ਲਓ, ਕੋਈ ਉੱਤਰ ਦਾ, ਕੋਈ ਪੂਰਬ ਦਾ ਇਲਾਕਾ ਮੰਗ ਲਓ। ਮੰਗੋ ਪਹਾੜ ਉਹ ਪੂਰਬ ਪੱਛਮ। ਪਹਾੜੀ ਇਲਾਕਾ ਮੰਗ ਲਓ, ਉੱਥੋਂ ਦਾ ਰਾਜ ਭਾਗ ਤੁਹਾਨੂੰ ਦੇ ਦਿੰਨੇ ਆ। ਪੱਛਮ ਦਾ ਰਾਜ ਭਾਗ ਮੰਗ ਲਓ, ਪੂਰਬ ਦਾ ਰਾਜ ਭਾਗ ਸਾਡੇ ਕੋਲੋਂ ਮੰਗ ਲਓ। ਸਿੰਘ ਕਹੇ ਹਮ ਦੂਰ ਕਿਮ ਜਾਵੇਂ। ਸਿੰਘ ਕਹਿੰਦੇ ਮਹਾਰਾਜ ਇੰਨੀ ਦੂਰ ਕਿੱਥੇ ਜਾਵਾਂਗੇ, ਕਿੱਥੇ ਉਹ ਦੱਖਣ ਪੱਛਮ ਦਾ ਇਲਾਕਾ, ਪੂਰਬ ਦਾ ਇਲਾਕਾ, ਉੱਥੇ ਜਾ ਕੇ ਅਸੀਂ ਕੀ ਕਰਨਾ ਹੈ। ਅਦ ਪੰਜਾਬ ਹੈ ਰਾਜ ਕਮਾਵੇਂ। ਆਪਾਂ ਨੂੰ ਨਾ ਪੰਜਾਬ ਹੀ ਠੀਕ ਹੈ, ਇੱਥੇ ਬਹਿ ਕੇ ਹੀ ਆਪਾਂ ਰਾਜ ਭਾਗ ਕਮਾ ਲਵਾਂਗੇ ਤੇ ਪੰਜਾਬ ਹੀ ਸਾਨੂੰ ਦੇ ਦਿਓ। ਮੁੜ ਸਿੰਘ ਬੋ ਮੰਗੈ ਪੰਜਾਬ। ਸਤਿਗੁਰੂ ਵਾਰ-ਵਾਰ ਕਹਿਣ ਸਿੰਘੋ ਨਹੀਂ ਕੋਈ ਵੱਡੀ ਮੰਗ ਮੰਗੋ, ਮੈਂ ਤਾਂ ਤੁਹਾਨੂੰ ਬਾਦਸ਼ਾਹੀ ਦੇਣਾ ਚਾਹੁੰਦਾ ਤੇ ਤੁਸੀਂ ਫਿਰ ਵਾਰ-ਵਾਰ ਪੰਜਾਬ ਹੀ ਮੰਗੀ ਜਾਂਦੇ ਹੋ। ਹੁਣ ਸਤਿਗੁਰੂ ਫਿਰ ਕਹਿਣ ਵੀ ਭਾਈ ਕੋਈ ਹੋਰ ਮੰਗੋ, ਉਹ ਫਿਰ ਕਹਿਣ ਨਹੀਂ ਮਹਾਰਾਜ ਸਾਨੂੰ ਪੰਜਾਬ ਹੀ ਦੇ ਦਿਓ। ਆਪਸ ਮੈਂ ਲੜ ਹੋਏ ਖਰਾਬ। ਸਤਿਗੁਰੂ ਸਮਝ ਗਏ ਵੀ ਇਹ ਜਿਹੜੇ ਵਾਰ-ਵਾਰ ਪੰਜਾਬ ਮੰਗਦੇ ਨਾ, ਇਹ ਆਪਸ ਵਿੱਚ ਲੜ ਕੇ ਖਰਾਬ ਹੋਣਗੇ। ਉਹ ਹਾਲਤ ਅੱਜ ਸਾਡੀ ਹੈ, ਹੋ ਇਸੇ ਤਰ੍ਹਾਂ ਹੀ ਰਿਹਾ ਪੰਜਾਬ ਦੇ ਵਿੱਚ। ਭਾਵੇਂ ਸਿੱਖਾਂ ਦੀ ਗਿਣਤੀ ਜ਼ਿਆਦਾ, ਕਿਉਂਕਿ ਰਾਜ ਵੀ ਇੱਥੋਂ ਦਾ ਮੰਗਿਆ ਨਾ ਆਪਾਂ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਤੇ ਹੁਣ ਫੂਲਕਿਆਂ ਦੀਆਂ ਰਿਆਸਤਾਂ ਜਿਹੜੀਆਂ, ਨਾਭੇ ਦੀ ਰਿਆਸਤ, ਜੀਂਦ ਦੀ ਰਿਆਸਤ ਹੈ, ਪਟਿਆਲੇ ਦੀ ਰਿਆਸਤ ਹੈ, ਸਾਰੀਆਂ ਸਿੱਖ ਰਿਆਸਤਾਂ ਹੀ ਨੇ ਜਿੱਥੇ ਰਾਜ ਸਿੱਖ ਕਰਦੇ ਰਹੇ। ਤੋ ਸਾਧ ਸੰਗਤ ਮਹਾਰਾਜ ਤਾਂ ਕੋਈ ਵੱਡਾ ਰਾਜ ਦੇਣਾ ਚਾਹੁੰਦੇ ਸਨ ਤੇ ਸਿੰਘ ਵਾਰ-ਵਾਰ ਪੰਜਾਬ ਮੰਗੀ ਜਾਂਦੇ ਸਨ। ਸਤਿਗੁਰੂ ਕਹੈ ਮੰਗੋ ਜਗੀਰ ਕਨੇਰੀ। ਸਤਿਗੁਰੂ ਜੀ ਕਹਿੰਦੇ ਗੁਰੂ ਖਾਲਸਾ ਜੀ ਕੋਈ ਵੱਡੀ ਜਗੀਰ ਸਾਡੇ ਕੋਲੋਂ ਮੰਗ ਲਓ। ਜਿਤਨੀ ਚਾਹੋ ਸੋ ਲਿਓ ਘੇਰੀ। ਜਿੰਨੀ ਕੁ ਤੁਸੀਂ ਜਗੀਰ ਚਾਹੁੰਦੇ ਹੋ ਨਾ, ਓਨੀ ਕੁ ਸਾਡੇ ਕੋਲੋਂ ਮੰਗ ਲਓ ਤੇ ਉਹ ਪ੍ਰਾਪਤ ਕਰ ਲਓ, ਅਸੀਂ ਉਹ ਜਗੀਰ ਤੁਹਾਡੇ ਨਾਂ ਕਰਾ ਦੇਵਾਂਗੇ। ਸ਼ਰੀਕੈ ਮੈਂ ਬਹੁ ਪਚੈ। ਤੇ ਕਈ ਸਿੰਘ ਆਪਸ ਵਿੱਚ ਸ਼ਰੀਕੇ ਵਿੱਚ ਹੀ ਫਸੇ ਹੋਏ ਸਨ। ਉਹ ਸੋਚਣ ਲੱਗੇ ਵੀ ਕੋਈ ਨਹੀਂ, ਬਾਹਰ ਆਪਾਂ ਜਾ ਕੇ ਕੀ ਕਰਨਾ, ਪੰਜਾਬ 'ਚ ਰਹਿੰਦੇ ਆ ਤੇ ਜਿਨ੍ਹਾਂ ਦੇ ਨਾਲ ਸ਼ਰੀਕਾਂ ਨਾਲ ਸਾਡੀ ਬਣਦੀ ਨਹੀਂ ਨਾ, ਤੇ ਜਦੋਂ ਰਾਜ ਮਿਲ ਜਾਏਗਾ ਫਿਰ ਉਹਨਾਂ ਨਾਲ ਨਿਭਣਾਂਗੇ ਅਸੀਂ। ਹੁਣ ਤਾਂ ਤੰਗ ਕਰਦੇ ਨੇ ਨਾ, ਜਦੋਂ ਰਾਜ ਮਿਲ ਗਿਆ ਫਿਰ ਉਹਨਾਂ ਦੇ ਨਾਲ ਅਸੀਂ ਨਿਭਣਾਂਗੇ। ਉਹ ਕੇਵਲ ਸ਼ਰੀਕੇ 'ਚ ਹੀ ਫਸ ਕੇ ਰਹਿ ਗਏ ਹਨ। ਉਹ ਕਹਿੰਦੇ ਵੀ ਇੱਕ ਵਾਰ ਰਾਜ ਸਾਨੂੰ ਪੰਜਾਬ ਦਾ ਮਿਲ ਜਾਏ ਤੇ ਅਸੀਂ ਸ਼ਰੀਕਾਂ ਦੇ ਕੋਲੋਂ ਬਦਲਾ ਲੈ ਲਵਾਂਗੇ। ਆਪਣੇ ਆਪਣੇ ਘਰ ਕੇ ਨੇੜੇ। ਹਰ ਇੱਕ ਸਿੱਖ ਨਾ ਆਪਣੇ ਆਪਣੇ ਘਰ ਦੇ ਨਜ਼ਦੀਕ, ਚਾਹੇ ਮੁਲਕ ਹਮ ਸੋ ਲੈ ਘੇਰੇ। ਉਹ ਚਾਹੁੰਦਾ ਵੀ ਜਿੱਥੇ ਮੇਰਾ ਘਰ ਹੈ ਨਾ, ਜਿੱਥੇ ਮੇਰਾ ਪਿੰਡ ਸ਼ਹਿਰ ਹੈ, ਉੱਥੋਂ ਦੀ ਕੋਈ ਜਗੀਰ ਮੈਨੂੰ ਮਿਲ ਜਾਏ, ਉੱਥੋਂ ਦਾ ਇਲਾਕਾ ਮਿਲ ਜਾਏ ਤੇ ਫਿਰ ਅਸੀਂ ਸ਼ਰੀਕਾਂ ਨਾਲ ਨਿਬੜਾਂਗੇ। ਗਰੀਬਨ ਕੇ ਬਹੁ ਜਾਏ। ਸਤਿਗੁਰੂ ਜੀ ਕਹਿੰਦੇ ਉਹ ਮਿਹਨਤੀ ਤੇ ਕਿਰਤੀ ਲੋਕ ਸਨ, ਗਰੀਬ ਪਰਿਵਾਰਾਂ ਦੇ ਵਿੱਚੋਂ ਪ੍ਰਗਟ ਹੋਏ ਸਨ, ਪੈਦਾ ਹੋਏ ਸਨ। ਇਸ ਕਰਕੇ ਨਾ ਇਹ ਬਹੁਤਾ ਜ਼ਿਆਦਾ ਲੰਬਾ ਨਹੀਂ ਸੋਚਦੇ, ਨੇੜੇ ਹੀ ਡਿੱਗ ਰਹੇ ਨੇ ਵਾਰ-ਵਾਰ।
ਅਸੀਂ ਇਹਨਾਂ ਨੂੰ ਰਾਜ ਭਾਗ ਦੇਣਾ ਚਾਹੁੰਦੇ ਹਾਂ ਤੇ ਇਹ ਕੇਵਲ ਸ਼ਰੀਕੇ ਵਿੱਚ ਉਲਝ ਕੇ ਤੇ ਲੋਕਾਂ ਕੋਲੋਂ ਬਦਲਾ ਲੈਣ ਦੇ ਲਈ ਇਥੋਂ ਦਾ ਹੀ ਰਾਜ ਭਾਗ ਸਾਡੇ ਕੋਲੋਂ ਮੰਗੀ ਜਾਂਦੇ ਹਨ ਤੇ ਲੰਬੀ ਗੱਲ ਨਹੀਂ ਸਮਝਦੇ। ਸਰੀਕ ਸਰੀਕੇ ਡਿਗ ਡਗੈ ਮੰਗੈ ਪੰਜਾਬੈ ਪਾਸ। ਉਹਨਾਂ ਦੀ ਸ਼ਰੀਕੀ ਨੇੜੇ ਨੇੜੇ ਸੀ, ਇਸ ਕਰਕੇ ਵਾਰ-ਵਾਰ ਉਹ ਗੁਰੂ ਸਾਹਿਬ ਜੀ ਕੋਲੋਂ ਪੰਜਾਬ ਦੇਸ਼ ਹੀ ਮੰਗਦੇ ਹਨ। ਸਤਿਗੁਰ ਦੇਵ ਵਿਲਾਇਤਾ ਵਹਿ ਕਰੈ ਨਾ ਉਨਕੀ ਖਾਹਸ਼। ਗੁਰੂ ਸਾਹਿਬ ਜੀ ਉਹਨਾਂ ਨੂੰ ਵਲਾਇਤ ਦੇਣਾ ਚਾਹੁੰਦੇ ਨੇ ਵੀ ਭਾਈ ਕੋਈ ਵੱਡੀਆਂ ਵੱਡੀਆਂ ਆ ਜਿਹੜੀਆਂ ਪਹਾੜੀਆਂ ਦਾ ਰਾਜ ਮੰਗ ਲਓ ਸਾਡੇ ਕੋਲੋਂ, ਵੱਡੇ ਵੱਡੇ ਦੇਸ਼ ਨੇ, ਅਸੀਂ ਤੁਹਾਨੂੰ ਉੱਥੇ ਭੇਜ ਦਿੰਦੇ ਹਾਂ, ਉੱਥੋਂ ਦਾ ਰਾਜ ਭਾਗ ਸਾਡੇ ਕੋਲੋਂ ਮੰਗ ਲਓ। ਪਰ ਨਹੀਂ, ਸਿੰਘ ਉਹਦੀ ਖਾਹਸ਼ ਨਹੀਂ ਕਰਦੇ, ਉਹਦੀ ਇੱਛਾ ਨਹੀਂ ਰੱਖਦੇ। ਸ੍ਰੀ ਸਤਿਗੁਰ ਉਨਕੋ ਕਹਿ ਦਿਓ। ਉਹਨਾਂ ਦੇ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ ਹਨ, ਝਗੜ ਝਗੜ ਪੰਜਾਬ ਰਹਿਓ। ਸਤਿਗੁਰੂ ਕਹਿੰਦੇ ਠੀਕ ਹੈ ਭਾਈ, ਫਿਰ ਪੰਜਾਬ ਹੀ ਲੈ ਲਓ, ਫਿਰ ਝਗੜਦੇ ਰਹੋ, ਪੰਜਾਬ ਦੇ ਵਿੱਚ ਰਹਿ ਕੇ ਆਪਸ ਵਿੱਚ ਲੜਦੇ ਰਹੋ, ਤੁਹਾਨੂੰ ਪੰਜਾਬ ਦਾ ਰਾਜ ਮਿਲ ਜਾਏਗਾ। ਤੈਜੇ ਸਿੰਘ ਗੈਲੋ ਭਇਓ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਕੁਝ ਕੁ ਸਿੰਘ ਨਾ ਉਸ ਵਕਤ ਮਹਾਰਾਜ ਦੇ ਕੋਲ ਨਹੀਂ ਸਨ ਤੇ ਬਾਅਦ ਵਿੱਚ ਉਹ ਵੀ ਸਿੰਘ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਪਹੁੰਚੇ ਹਨ, ਵਿਲਾਇਤ ਬਤਾਏ। ਉਹਨਾਂ ਨੂੰ ਕਹਿਣ ਲੱਗੇ ਭਾਈ ਦੱਸੋ ਰਾਜ ਲੈ ਦਈਏ ਕਿਤੋਂ ਦਾ। ਕਈਆਂ ਨੇ ਵਿਲਾਇਤ ਮੰਗ ਲਈ, ਉਹਨਾਂ ਵਿੱਚੋਂ ਕੋਈ ਕਹਿੰਦਾ ਦੱਖਣ ਦਾ ਰਾਜ ਦੇ ਦਿਓ, ਕੋਈ ਕਹਿੰਦਾ ਪੂਰਬ ਦਾ ਰਾਜ ਦੇ ਦਿਓ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਬਖਸ਼ਿਸ਼ਾਂ ਕਰ ਦਿੱਤੀਆਂ, ਜਿਨ੍ਹਾਂ ਨੇ ਉੱਥੋਂ ਦਾ ਰਾਜ ਮੰਗਿਆ। ਹੁਣ ਵੇਖੋ, ਚਾਹੇ ਕੈਨੇਡਾ ਹੈ, ਅਮਰੀਕਾ ਹੈ, ਆਸਟ੍ਰੇਲੀਆ ਆ, ਹਰ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਿਸ਼ਾਨ ਝੂਲਦੇ ਹਰ ਇੱਕ ਦੇਸ਼ ਵਿੱਚ। ਇਹ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਨੂੰ ਦਿੱਤੀਆਂ ਸਨ। ਜੇ ਕਿਤੇ ਰਾਜ ਮੰਗ ਲੈਂਦੇ, ਖੈਰ ਫਿਰ ਭਾਵੇਂ ਬਾਦਸ਼ਾਹੀ ਹੁੰਦੀ, ਪਰ ਫਿਰ ਵੀ ਜਿੰਨੀ ਕੁ ਦਾਤ ਉਹਨਾਂ ਨੇ ਮੰਗੀ ਸੀ ਨਾ, ਵੇਖੋ MP ਹੈ ਨਾ ਹਰ ਇੱਕ ਦੇਸ਼ ਵਿੱਚ ਗੁਰੂ ਕੇ ਸਿੰਘ, ਚਾਹੇ ਇੰਗਲੈਂਡ ਵਿੱਚ MP ਨੇ, ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਤੱਕ ਜਿਹੜੇ ਉਹ ਗੁਰੂ ਕੇ ਸਿੱਖ ਨੇ, ਭਾਵ ਗੁਰਸਿੱਖਾਂ ਦੇ ਘਰ ਵਿੱਚ ਉਹਨਾਂ ਜਨਮ ਲਿਆ ਤੇ ਉਹ ਸਿੱਖ ਨੇ, ਜਿਨ੍ਹਾਂ ਨੂੰ ਰਾਜ ਭਾਗ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਇਹ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਨੇ, ਜਿਨ੍ਹਾਂ ਨੇ ਉਸ ਵਕਤ ਵਲਾਇਤ ਮੰਗ ਲਈ ਮਹਾਰਾਜ ਕੋਲੋਂ, ਉਹਨਾਂ ਨੂੰ ਵਲਾਇਤ ਗੁਰੂ ਸਾਹਿਬ ਨੇ ਦੇ ਦਿੱਤੀ। ਦੱਖਣ ਵਿੱਚ ਵੇਖੋ ਕਿੰਨਾ ਪ੍ਰਤਾਪ ਹੈ ਗੁਰੂ ਸਾਹਿਬ ਜੀ ਦੇ ਖਾਲਸੇ ਦਾ। ਹਜੂਰ ਸਾਹਿਬ ਦੇ ਇਲਾਕੇ ਵਿੱਚ ਜਿਨ੍ਹਾਂ ਨੇ ਉੱਥੋਂ ਮਹਾਰਾਜ ਕੋਲੋਂ ਦੱਖਣ ਦਾ ਰਾਜ ਮੰਗ ਲਿਆ, ਉਹਨਾਂ ਨੂੰ ਗੁਰੂ ਸਾਹਿਬ ਨੇ ਦੱਖਣ ਦਾ ਰਾਜ ਬਖਸ਼ਿਸ਼ ਕਰ ਦਿੱਤਾ ਹੈ। ਦੋਹਰਾ ਗੁਰ ਬਿਲਾਸ ਮਦ ਬੋਲ ਕੇ ਸੋ ਹਮ ਸੂਚ ਲਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਸਾਰੀ ਜਿਹੜੀ ਕਥਾ ਹੈ ਨਾ, ਗੁਰਬਿਲਾਸ ਪਾਤਸ਼ਾਹੀ 10ਵੀਂ ਨਾਮਕ ਗ੍ਰੰਥ ਹੈ, ਭਾਈ ਸੁੱਖਾ ਸਿੰਘ ਦਾ ਲਿਖਿਆ ਹੋਇਆ। ਕਹਿੰਦੇ ਉਸ ਗ੍ਰੰਥ ਦੇ ਵਿੱਚ ਇਹ ਸਾਰੀ ਕਥਾ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ, ਇਸ ਕਰਕੇ ਉਸ ਕਥਾ ਨੂੰ ਅਸੀਂ ਸੰਖੇਪ ਮਾਤਰ ਇੱਥੇ ਲਿਖ ਦਿੱਤਾ ਹੈ। ਸੋਚੇ ਸੇ ਸੁਖ ਸਿੰਘੈ ਸੋ ਮੈਂ ਕਹੂੰ ਪ੍ਰਗਟਾਏ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਗੱਲ ਭਾਈ ਸੁੱਖਾ ਸਿੰਘ ਨੇ ਸੰਖੇਪ ਵਿੱਚ ਲਿਖੀ ਹੈ, ਉਹ ਮੈਂ ਇੱਥੇ ਵਿਸਥਾਰ ਦੇ ਨਾਲ ਲਿਖ ਕੇ ਸਮਝਾ ਦੇਣਾ, ਤੇ ਜਿਹੜੀ ਗੱਲ ਉਹਨਾਂ ਵਿਸਥਾਰ ਦੇ ਨਾਲ ਲਿਖੀ ਉਹ ਮੈਂ ਸੰਖੇਪ ਦੇ ਵਿੱਚ ਕਹਿ ਦਿੱਤੀ ਹੈ। ਜੋ ਪਈ ਜਿਸ ਕੋ ਹੋਏ ਸਭ ਸੁਨਨੈ ਲੋਰ। ਜਿਸ ਗੁਰਸਿੱਖ ਦੇ ਮਨ ਵਿੱਚ ਉਹ ਸਾਰੀ ਕਥਾ ਸੁਣਨ ਦੀ ਇੱਛਾ ਹੋਵੇ, ਸੋ ਨੇਵੈ ਗੁਰ ਬਿਲਾਸ ਹੈ ਟੋਰ। ਉਹ ਜਿਹੜਾ ਸਿੱਖ ਗੁਰੂ ਬਿਲਾਸ ਗ੍ਰੰਥ ਜਿਹੜਾ ਹੈ ਉਹਦੇ ਵਿੱਚੋਂ ਜਾ ਕੇ ਖੋਜ ਕਰ ਲਵੇ। ਪਹਾੜੀਆਂ ਕਰੀ ਲੜਾਈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਪਹਾੜੀ ਰਾਜਿਆਂ ਨੇ ਜੰਗ ਕੀਤੇ ਹਨ, ਗੁਰੂ ਸਾਹਿਬ ਜੀ ਦੀ ਵਿਰੋਧਤਾ ਕਰਨੇ ਕਰਕੇ ਉਹਨਾਂ ਦੇ ਸਿਰ ਤੇ ਜਿਵੇਂ ਬੁਰਾਈ ਆ ਗਈ, ਜਿਵੇਂ ਉਹਨਾਂ ਨੇ ਪਾਪ ਕਮਾਇਆ ਹੈ। ਇਹ ਸਾਰੀ ਜਿਹੜੀ ਕਥਾ ਹੈ ਗੁਰੂ ਬਿਲਾਸ ਪਾਤਸ਼ਾਹੀ 10ਵੀਂ ਗ੍ਰੰਥ ਦੇ ਵਿੱਚ ਕਹੀ ਗਈ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸ੍ਰੀ ਗੁਰਪੰਥ ਪ੍ਰਕਾਸ਼ ਵਿੱਚ ਕੇਵਲ ਉਹੀ ਕਥਾ ਕਹਾਂਗਾ ਜਿਹੜੀ ਕਥਾ ਉਹਨਾਂ ਕੋਲੋਂ ਰਹਿ ਗਈ ਹੈ, ਉਹ ਮੈਂ ਇੱਥੇ ਲਿਖ ਦਿਆਂਗਾ। ਵੈਸੇ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਭਾਈ, ਇਹ ਵੱਡੀ ਤੋਂ ਵੱਡੀ ਅਪਾਰ ਹੈ। ਅਸੀਂ ਛੋਟੇ ਜਿਹੇ ਜੀਵ ਗੁਰੂ ਸਾਹਿਬ ਜੀ ਦੀ ਬੇਅੰਤ ਕਥਾ ਦਾ ਅੰਤ ਨਹੀਂ ਪਾ ਸਕਦੇ, ਪਾਰਾਵਾਰ ਨਹੀਂ ਪਾ ਸਕਦੇ। ਸੋ ਅਸੀਂ ਇਹ ਜਿਹੜੀ ਕਥਾ ਓਨੀ ਕੁ ਵਧਾ ਕੇ ਕਹਿ ਦਿੰਨੇ ਆ, ਭਾਵ ਵਿਸਥਾਰ ਦੇ ਨਾਲ ਕਹਿ ਦਿੰਨੇ ਹਾਂ।
ਗੁਰੂ ਦੀ ਕਿਰਪਾ ਨਾਲ ਜਿਸ ਪ੍ਰਕਾਰ ਮੇਰੀ ਬੁੱਧੀ ਦੇ ਵਿੱਚ ਵਿਚਾਰ ਆ ਰਹੀ ਹੈ, ਮੈਂ ਉਸ ਤਰੀਕੇ ਦੇ ਨਾਲ ਉਹ ਕਥਾ ਨੂੰ ਵਧਾ ਕੇ ਵਿਸਥਾਰ ਕਰਕੇ ਤੁਹਾਨੂੰ ਸਰਵਣ ਕਰਾਉਂਦਾ ਹਾਂ। ਅਬ ਕਥਾ ਸਿੰਘਨ ਪਰ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਖਾਲਸਾ ਸਾਜਿਆ, ਉਹ ਕਥਾ ਸਰਵਣ ਕਰਨ ਤੋਂ ਬਾਅਦ ਭਾਈ ਹੁਣ ਕਥਾ ਸਿੰਘਾਂ ਦੇ ਉੱਤੇ ਆ ਗਈ ਹੈ। ਸੁਣੋ ਪਿਆਰੇ ਗੁਰਮੁਖ ਭਾਈ। ਹੈ ਗੁਰਮੁਖ ਜਨੋ, ਭਾਈ ਜਨੋ, ਪ੍ਰੇਮ ਦੇ ਨਾਲ ਤੁਸੀਂ ਅੱਗੇ ਗੁਰੂ ਖਾਲਸੇ ਦੀ ਕਥਾ ਸਰਵਣ ਕਰੋ ਕਿ ਗੁਰੂ ਖਾਲਸੇ ਨੇ ਕਿਸ ਪ੍ਰਕਾਰ ਰਾਜ ਭਾਗ ਪ੍ਰਾਪਤ ਕੀਤਾ ਤੇ ਜ਼ੁਲਮ ਦੀ ਜੜ ਵੱਢੀ ਹੈ। ਦੋਹਰਾ ਤੋ ਸਤਿਗੁਰ ਆਗਿਆ ਦਈ, ਮਝੈਲਨ ਕੋ ਸਮਝਾਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਰੇ ਖਾਲਸੇ ਪੰਥ ਨੂੰ ਆਗਿਆ ਦਿੱਤੀ ਹੈ। ਪ੍ਰਥਮ ਵਧਾਇਓ ਖਾਲਸੇ, ਫਿਰ ਦਿਓ ਦੰਗੋ ਮਚਾਏ। ਮਾਝੇ ਦੇ ਸਿੱਖ ਸਨ, ਉਹਨਾਂ ਨੂੰ ਹੁਕਮ ਕਰ ਦਿੱਤਾ ਜਾਓ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ। ਇਸ ਤੋਂ ਇਲਾਵਾ ਹੋਰ ਇਲਾਕਿਆਂ ਦੇ ਸਿੱਖਾਂ ਨੂੰ ਹੁਕਮ ਦੇ ਦਿੱਤਾ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਹਿਲਾਂ ਖਾਲਸੇ ਪੰਥ ਨੂੰ ਵਧਾਇਆ, ਸਿੰਘਾਂ ਦੀ ਗਿਣਤੀ ਵਧਾਈ ਤੇ ਬਾਅਦ ਵਿੱਚ ਫਿਰ ਦੰਗੇ ਮਚਾ ਦਿੱਤੇ। ਭਾਵ ਜਾ ਕੇ ਤੁਰਕਾਂ ਨਾਲ ਜੰਗ ਛੇੜ ਦਿੱਤਾ। ਪਹਿਲਾਂ ਰਾਜ ਭਾਗ ਦੇਣ ਦਾ ਹੁਕਮ ਕੀਤਾ ਪਰ ਸਿੰਘਾਂ ਨੇ ਰਾਜ ਦੀ ਬਹੁਤੀ ਖਾਹਿਸ਼ ਕੀਤੀ ਨਹੀਂ। ਦੋ ਕੁ ਐਗਜ਼ਾਮਪਲਾਂ ਦਿਆਂਗਾ, ਸਮਾਂ ਸਮਾਪਤ ਹੋ ਚੱਲਿਆ। ਸ਼ਮੀਰ ਚੌਧਰੀ 10ਵੇਂ ਪਾਤਸ਼ਾਹ ਜੀ ਦਾ ਸਿੱਖ ਸੀ, ਉਹਦੇ ਘਰ ਗੁਰੂ ਸਾਹਿਬ ਕੁਝ ਸਮਾਂ ਰੁਕੇ ਤੇ ਪਾਤਸ਼ਾਹ ਜੀ ਇੱਕ ਦਿਨ ਤੁਰਠ ਪਏ ਤੇ ਕਹਿਣ ਲੱਗੇ, ਸ਼ਮੀਰ ਇੱਦਾਂ ਕਰ, ਆਪਣੀ ਪੋਸ਼ਾਕ ਦਿੱਤੀ ਤੇ ਘੋੜੇ ਤੇ ਬਹਿ ਕੇ ਨਾ ਤੂੰ ਜਾ ਕੇ ਜਿੱਥੇ ਜਿੱਥੇ ਤੱਕ ਘੋੜਾ ਫੇਰ ਕੇ ਆਏਗਾ ਉੱਥੇ ਤੱਕ ਤੇਰਾ ਰਾਜ ਹੋਵੇਗਾ। ਤੇ ਸ਼ਮੀਰ ਚੌਧਰੀ ਜਿਹੜਾ ਸੀ ਗੁਰੂ ਸਾਹਿਬ ਦਾ ਹੁਕਮ ਮੰਨਿਆ, ਘਰ ਗਿਆ। ਮਾਮਾ ਸੀ ਉਹਨਾਂ ਦਾ, ਆਖਿਆ ਕਿਉਂਕਿ ਉਹ ਜਿਹੜਾ ਸੀ ਮਾਮਾ ਸੁਲਤਾਨ ਦਾ ਪੀਰ ਦਾ ਸੇਵਕ ਸੀ, ਉਹਨੂੰ ਕਹਿਣ ਲੱਗੇ ਵੀ ਗੁਰੂ ਸਾਹਿਬ ਦਾ ਹੁਕਮ ਹੈ ਵੀ ਘੋੜੇ ਤੇ ਬਹਿ ਕੇ ਜਿੱਥੇ ਜਿੱਥੇ ਤੱਕ ਘੋੜਾ ਫੇਰੇਗਾ ਨਾ ਤੇਰਾ ਰਾਜ ਹੋਵੇਗਾ। ਉਹਦਾ ਮਾਮਾ ਕਹਿਣ ਲੱਗਾ, ਭਲਿਆ ਵੀ ਆਪਾਂ ਸੁਲਤਾਨ ਦੇ ਸੇਵਕ ਹਾਂ, ਇੱਦਾਂ ਵੀ ਕਿਸੇ ਨੂੰ ਰਾਜ ਮਿਲਦਾ? ਕਹਿੰਦਾ ਜੀ ਗੁਰੂ ਸਾਹਿਬ ਦਾ ਹੁਕਮ ਹੈ ਤੇ ਗੁਰੂ ਸਾਹਿਬ ਦਾ ਹੁਕਮ ਨਹੀਂ ਆਪਾਂ ਬਦਲ ਸਕਦੇ। ਕਹਿੰਦਾ ਫਿਰ ਇੱਦਾਂ ਕਰ ਵੀ ਹੁਕਮ ਵੀ ਰਹਿ ਜਾਏਗਾ ਉਹਨਾਂ ਦਾ। ਘੋੜੇ ਤੇ ਬਹਿ ਕੇ ਨਾ ਪਿੰਡ ਦਾ ਹੀ ਗੇੜਾ ਕੱਢਿਆ। ਸ਼ਮੀਰ ਚੌਧਰੀ ਘੋੜੇ ਤੇ ਬੈਠਾ, ਘੋੜੇ ਤੇ ਬਹਿ ਕੇ ਤੇ ਪਿੰਡ ਦਾ ਗੇੜਾ ਕੱਢ ਕੇ ਆ ਗਿਆ। ਸਤਿਗੁਰੂ ਕਹਿਣ ਲੱਗੇ, ਸ਼ਮੀਰ ਕਿੱਥੇ ਤੱਕ ਜਾ ਕੇ ਆਇਆ? ਮਹਾਰਾਜ ਮੈਂ ਪਿੰਡ ਦਾ ਗੇੜਾ ਕੱਢ ਆਇਆ। ਗੁਰੂ ਸਾਹਿਬ ਕਹਿੰਦੇ, ਭਲਿਆ ਮੈਂ ਤੈਨੂੰ ਆਖਿਆ ਸੀ ਜਿੱਥੇ ਜਿੱਥੇ ਤੱਕ ਜਾਏਗਾ ਉਥੋਂ ਤੱਕ ਤੇਰਾ ਰਾਜ ਹੋਵੇਗਾ, ਪਰ ਤੈਨੂੰ ਸਾਡੇ ਬਚਨਾਂ ਤੇ ਪ੍ਰਤੀਤ ਕੋਈ ਨਹੀਂ ਸੀ। ਰਾਜ ਹੋਵੇਗਾ ਪਰ ਹੁਣ ਪਿੰਡ ਤੱਕ ਹੀ ਸੀਮਤ ਰਹੇਗਾ। ਇੱਕ ਦਿਨ ਮਹਾਰਾਜ ਲੰਗਰ ਛਕਦੇ ਸਨ ਤੇ ਉਹ ਮਨ ਵਿੱਚ ਸੋਚਣ ਲੱਗਾ ਵੀ ਕਿਤੇ ਮਹਾਰਾਜ ਮੈਨੂੰ ਸੀਤ ਪ੍ਰਸ਼ਾਦ ਦੇ ਦੇਣ। ਗੁਰੂ ਸਾਹਿਬ ਨੇ ਸੀਤ ਪ੍ਰਸ਼ਾਦ ਦੇ ਦਿੱਤਾ। ਕਹਿਣ ਲੱਗੇ, ਸ਼ਮੀਰ ਇੱਥੇ ਬਹਿ ਕੇ ਛਕ ਲੈ। ਨਹੀਂ ਮਹਾਰਾਜ ਮੈਂ ਘਰ ਜਾਵਾਂਗਾ, ਪਰਿਵਾਰ ਨਾਲ ਵੰਡ ਕੇ ਛਕਾਂਗਾ। ਹਜ਼ੂਰ ਕਹਿੰਦੇ ਤੇਰੀ ਮਰਜ਼ੀ ਹੈ। ਘਰ ਗਿਆ, ਮਾਮੇ ਨੂੰ ਦੱਸ ਦਿੱਤਾ। ਮਾਮਾ ਫੇਰ ਕਹਿਣ ਲੱਗਾ, ਸੁਲਤਾਨ ਦੇ ਸੇਵਕਾਂ ਗੁੱਸੇ ਹੋ ਜਾਏਗਾ। ਜਿਵੇਂ ਅੱਜ ਕੱਲ੍ਹ ਸਿੱਖ ਕਹਿੰਦੇ ਵੀ ਗੂਗੇ ਨੂੰ ਸੇਵੀਆਂ ਨਾ ਖਵਾਈਏ ਤੇ ਗੁੱਸਾ ਹੋ ਜਾਏਗਾ। ਬੜੇ ਚੱਕਰ 'ਚ ਪੈ ਜਾਂਦੇ ਨੇ ਵੀ ਗੂਗੇ ਨੂੰ ਸੇਵੀਆਂ ਨਾ ਖਵਾਈਏ ਤੇ ਪਤਾ ਨਹੀਂ ਕੀ ਕਰ ਦੇਗਾ। ਉਹ ਜਿਹੜਾ ਸੇਵੀਆਂ ਨਾਲ ਮੰਨ ਜਾਂਦਾ ਤੁਹਾਡਾ ਕੀ ਵਿਗਾੜ ਦੇਗਾ ਉਹ। ਸਾਧ ਸੰਗਤ ਜੀ, ਸ਼ਮੀਰ ਨੂੰ ਮਹਾਰਾਜ ਨੇ ਕਿਹਾ ਪਰ ਉਹਦਾ ਮਾਮਾ ਕਹਿਣ ਲੱਗਾ, ਨਹੀਂ ਆਪਾਂ ਸੁਲਤਾਨ ਦੇ ਸੇਵਕ ਹਾਂ, ਉਹਨੇ ਗੁੱਸੇ ਹੋ ਜਾਣਾ। ਕਹਿੰਦਾ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਹੈ ਵੀ ਆਪਾਂ ਸੁੱਟ ਨਹੀਂ ਸਕਦੇ, ਬੇਅਦਬੀ ਹੋਵੇਗੀ। ਆਖਦਾ ਇੱਦਾਂ ਕਰੋ, ਟੋਆ ਪੁੱਟੋ, ਜ਼ਮੀਨ 'ਚ ਦੱਬ ਦਿਓ। ਉਹਨਾਂ ਟੋਆ ਪੁੱਟਿਆ, ਫਿਰ ਜ਼ਮੀਨ 'ਚ ਦੱਬਤਾ। ਫਿਰ ਸ਼ਮੀਰ ਆਇਆ, ਮਹਾਰਾਜ ਦੇ ਕੋਲ ਬਹਿ ਗਿਆ। ਸਤਿਗੁਰੂ ਫਿਰ ਪੁੱਛਣ ਲੱਗੇ, ਜਾਣੀ ਜਾਣ ਸਨ ਸ਼ਮੀਰ, ਸੀਤ ਪ੍ਰਸ਼ਾਦ ਛਕ ਲਿਆ? ਫਿਰ ਉਹ ਸੱਚ ਤਾਂ ਬੋਲਣਾ ਪੈਣਾ ਸੀ ਨਾ। ਮਹਾਰਾਜ ਮੇਰਾ ਮਾਮਾ ਇਉਂ ਕਹਿੰਦਾ ਸੀ, ਉਹਨੇ ਛਕਣ ਨਹੀਂ ਦਿੱਤਾ ਵੀ ਅਸੀਂ ਸੁਲਤਾਨ ਦੇ ਸੇਵਕ ਹਾਂ, ਅਸੀਂ ਧਰਤੀ 'ਚ ਦਬਾ ਦਿੱਤਾ, ਬੇਅਦਬੀ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਕਿਤੇ ਛਕ ਲੈਂਦਾ ਤੇ ਤੇਰਾ ਭਲਾ ਹੋ ਜਾਂਦਾ, ਤੇਰੇ ਪਰਿਵਾਰ ਦਾ ਭਲਾ ਹੋ ਜਾਂਦਾ, ਪਰ ਤੂੰ ਸਾਡਾ ਸੀਤ ਪ੍ਰਸ਼ਾਦ ਛਕਿਆ ਨਹੀਂ। ਇਸ ਧਰਤੀ ਨੂੰ ਭਾਗ ਲੱਗਣਗੇ ਜਿਸ ਧਰਤੀ ਦੇ ਵਿੱਚ ਸਾਡਾ ਸੀਤ ਪ੍ਰਸ਼ਾਦ ਤੂੰ ਦਬਾ ਕੇ ਆਇਆ। ਐਡੀਆਂ ਬਖਸ਼ਿਸ਼ਾਂ ਨੇ ਗੁਰੂ ਦੇ ਬਚਨਾਂ ਵਿੱਚ। ਡੱਲੇ ਨੂੰ ਵੀ ਮਹਾਰਾਜ ਕਹਿੰਦੇ ਨਾ, ਡਲਿਆ ਵੇਖ ਕਣਕਾਂ ਫਸਲਾਂ ਚਾਰ 'ਚ ਫੇਰੇ, ਨਦੀਆਂ ਵਹਿ ਰਹੀਆਂ ਦੁੱਧ ਦੀਆਂ। ਮਹਾਰਾਜ ਇੱਥੇ ਕਿੱਥੇ, ਇੱਥੇ ਕਿਤੇ ਫਸਲ ਹੋਣੀ ਹੈ, ਇੱਥੇ ਤਾਂ ਜਵਾਰ ਹੀ ਹੋਣੀ ਹੈ। ਭਾਈ ਸੰਤੋਖ ਸਿੰਘ ਨੇ ਉਹ ਵੀ ਲਿਖਿਆ
ਇੱਥੇ ਜੇ ਫਸਲ ਹੋ ਗਈ ਨਾ ਤੇ ਤੁਰਕਾਂ ਨੇ ਟੈਕਸ ਵੀ ਮੰਗਣਾ ਆ ਕੇ ਕੱਲ ਨੂੰ। ਪਾਤਸ਼ਾਹ ਨੇ 3 ਵਾਰੀ ਬਚਨ ਕਹੇ ਡੱਲੇ ਨੂੰ, ਉਹਨੇ 3 ਵਾਰੀ ਬਚਨ ਮੋੜੇ ਮਹਾਰਾਜ ਦੇ। ਸਤਿਗੁਰੂ ਕਹਿੰਦੇ ਡੱਲਿਆ ਜੇ ਕਿਤੇ 7 ਬਚਨ ਕਹਿ ਦਿੰਦਾ ਤੇ ਦੁੱਧ ਦੀਆਂ ਨਦੀਆਂ ਅੱਜ ਵਹਿ ਜਾਂਦੀਆਂ, ਇੱਥੇ ਦੁੱਧ ਦੀਆਂ ਨਦੀਆਂ ਵਹਿ ਜਾਣੀਆਂ ਸੀ। ਪਰ ਗੱਲ ਤਾਂ ਬਚਨਾਂ ਦੇ ਉੱਤੇ ਪ੍ਰਤੀਤ ਦੀ ਹੈ ਨਾ, ਜਿਨ੍ਹਾਂ ਨੇ ਭਰੋਸਾ ਕਰ ਲਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਡੱਲੇ ਨੇ ਹੁਕਮ ਨਹੀਂ ਮੰਨਿਆ ਮਹਾਰਾਜ ਦਾ, ਪਰ ਫਿਰ ਵੀ ਮਾਲਵੇ ਨੂੰ ਭਾਗ ਲਾਏ ਜੀ ਗੁਰੂ ਸਾਹਿਬ ਨੇ। ਚੱਪਾ ਚੱਪਾ ਮਾਲਵੇ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਬੜਾ ਲੰਮਾ ਸਮਾਂ ਵਿਚਰਦੇ ਰਹੇ ਮੇਰੇ ਪਾਤਸ਼ਾਹ ਜੀ ਉਸ ਇਲਾਕੇ ਵਿੱਚ। ਇਹ ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਹਨੂੰ ਭਾਗ ਲੱਗੇ ਹੋਏ ਨੇ। ਸਾਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਸ੍ਰੇਸ਼ਟ ਤੇ ਵਧੀਆ ਇਲਾਕਾ ਸੀ ਪੰਜਾਬ ਦਾ, ਤੇ ਬੜਾ ਵੱਡਾ ਇਹਦਾ ਏਰੀਆ ਸੀਗਾ। ਭਾਵੇਂ ਉਹ ਹੌਲੀ ਹੌਲੀ ਸਮੇਂ ਸਮੇਂ ਨਾਲ ਤੋੜ ਕੇ ਛੋਟਾ ਜਿਹਾ ਬਣਾ ਦਿੱਤਾ ਨਾ ਪੰਜਾਬ। ਇਹ ਤਾਂ ਬਹੁਤ ਸੋਹਣਾ ਇਲਾਕਾ ਸੀ ਪੰਜਾਬ ਦਾ। ਇਹ ਬਖਸ਼ਿਸ਼ਾਂ ਸਨ ਮੇਰੇ ਸਤਿਗੁਰਾਂ ਦੀਆਂ। ਪਰ ਅੱਜ ਵੀ ਭਾਵੇਂ ਖੇਤਰਫਲ ਕਰਕੇ ਪੰਜਾਬ ਛੋਟਾ ਹੋਵੇ, ਪਰ ਰਹਿਣ ਸਹਿਣ ਦੇ ਪੱਖ ਤੋਂ, ਮਨੁੱਖਾਂ ਦੇ ਪੱਖ ਤੋਂ, ਸੁਭਾਅ ਦੇ ਪੱਖ ਤੋਂ ਪੰਜਾਬ ਦਾ ਜਿਹੜਾ ਇਲਾਕਾ ਸਭ ਤੋਂ ਵਧੀਆ ਇਲਾਕਾ ਮੰਨਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੀਆਂ ਬਖਸ਼ਿਸ਼ਾਂ ਕਰਦੇ ਨੇ ਖਾਲਸੇ ਉੱਪਰ। ਆਪਾਂ ਅਗਲੇ ਪ੍ਰੋਗਰਾਮ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਸੇਵਕ ਜਾਣ ਕਰਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।